ਸਤਿ ਸਾਹਿਬ ਸਟੂਡੈਂਟ ਅੱਜ ਆਪਾਂ ਕਰਨੀ ਹੈਗੀ ਆ ਜਿਹੜੀ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਦਾ ਕਿਹਾ ਜੀ ਸਾਡੇ ਕੋਲ ਥਰਡ ਚੈਪਟਰ ਥਰਡ ਐਕਸਰਸਾਈਜ਼ ਥੋੜੀ ਠੀਕ ਹੈ ਨਾ। ਥਰਡ ਐਕਸਰਸਾਈਜ਼ ਦੇ ਵਿੱਚ ਬੇਟਾ ਹੈਗਾ ਆ ਕਿ ਅਸੀਂ ਕੀ ਪਤਾ ਕਰਨਾ ਹੈਗਾ ਆ ਕਿ ਅਸੀਂ ਇਹਨਾਂ ਦੀ ਐਕਸਪੈਕਟਡ ਫ੍ਰੀਕੁਐਂਸੀਜ਼ ਪਤਾ ਕਰਨੀ ਆ। ਕੀ ਪਤਾ ਕਰਨੀ ਹੈ ਜੀ? ਐਕਸਪੈਕਟਡ ਫ੍ਰੀਕੁਐਂਸੀ। ਠੀਕ ਨਾ ਬੇਟਾ, ਜਿੱਦਾਂ ਤੁਹਾਡਾ ਫਸਟ ਕੁਐਸਚਨ ਆ, ਜਿੱਦਾਂ ਤੁਹਾਡਾ ਕਿਹਾ ਜੀ ਫਸਟ ਕੁਐਸਚਨ ਆ ਉਦਾਂ ਹੀ ਤੁਹਾਡੇ ਸਾਰੇ ਕੁਐਸਚਨ ਆ। ठीक ना। और बेटा ਜਿਹੜੀ ਸਾਡੇ ਕੋਲ ਜਿੱਦਾਂ ਫਸਟ ਕੁਐਸਚਨ ਮੈਂ ਲਿਆ ਠੀਕ ਨਾ, ਫਸਟ ਕੁਐਸਚਨ ਕਰਨਾ, ਬਾਕੀ ਸਾਰੇ ਲਗਭਗ ਤੁਸੀਂ ਆਪੇ ਕਰਨੇ ਹੈ ਠੀਕ ਨਾ। ਜਿੱਦਾਂ ਸਾਡੇ ਕੋਲ ਕਿਆ ਹੈਗਾ ਜੀ ਐਕਸਪੈਕਟਡ ਫ੍ਰੀਕੁਐਂਸੀ ਪਤਾ ਕਰਨੀ ਠੀਕ ਨਾ, ਕੱਲੇ ਦੀ ਆਪਾਂ ਪਤਾ ਕਰਨੀ 0 ਹੋਵੇ n ਹੋਵੇ n ਠੀਕ ਆ। ਤੇ ਬੇਟਾ ਇਹਦਾ ਫਾਰਮੂਲਾ ਉਹੀ ਹੋਣਾ, ਕੀ ਹੋਣਾ ਜੀ n, ਜਦੋਂ ਆਪਾਂ ਕੀਤਾ ਸੀ ਨਾ ਪਹਿਲੇ ਸਵਾਲ ਦੇ ਵਿੱਚ ਇੱਕ ਵਾਰ ਕੀਤਾ ਸੀਗਾ, ਇਹ ਜਿਹੜਾ ਫਸਟ ਐਕਸਰਸਾਈਜ਼ ਸੀਗਾ n ਠੀਕ ਆ, ਮਲਟੀਪਲਾਈ ਕਿੰਨਾ ਹੋਣਾ ਜੀ ਉਹ ਵਾਲਾ ਜੀ ਛੋਟੀ n ਮਾਈਨਸ आर पी दी पावर आर ते क्यू दी पावर कितना आना जी एन माइनस सॉरी एन माइनस आर आ पड़ा जी ठीक है ना। और नैचुरली बेटा फिर सानू इहदे विच की पता होना चाहिए कि सानू पी पता होनी चाहिए ठीक है, एक सानू क्यू पता होनी चाहिए उस तो बाद जी छोटी एन पता होनी चाहिए ते कैपिटल एन पता होनी चाहिए ठीक है जी। ਤੇ ਬਾਕੀ ਆਰ ਵੀ ਸਾਨੂੰ ਆਰ ਦਾ ਬੇਟਾ ਆਹੀ ਹੋਣੀ, ਜੇ ਮਤਲਬ 0 ਹੋਵੇ 1 ਹੋਵੇ 2 ਹੋਵੇ 3 ਦੱਸਿਆ ਨਾ ਕਿ ਇੰਨੇ ਹੋਣੇ ਚਾਹੀਦੇ ਉਸ ਹਿਸਾਬ ਨਾਲ ਠੀਕ ਨਾ। ਮਤਲਬ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਜਿੱਦਾਂ ਬੇਟਾ ਸਾਡਾ ਫਸਟ ਕੁਐਸਚਨ ਹੈ, ਦੇਖੋ ਕੀ ਕਹਿੰਦਾ ਹੈ ਫਸਟ ਕੁਐਸਚਨ ਦੇ ਵਿੱਚ ਕੀ ਕਹਿੰਦਾ, ਕਹਿੰਦਾ 5 ਪਰਫੈਕਟ ਡਾਈਜ਼ ਆਰ ਥਰੋ, ਕਹਿੰਦਾ ਟੁਗੇਦਰ ਫॉर ਦੀ 96 ਟਾਈਮ ਪਲੱਸ ਕਿਆ ਜੀ ਇੱਕ ਜਿਹੜੀ ਲੁੱਡੋ ਵਾਲੀ ਸੀਗੀ ਡਾਈਜ਼ ਉਹ ਕਿੰਨੀ ਵਾਰ ਛਿੱਟੀ ਉਹਨੇ 96 ਟਾਈਮ। ਕਹਿੰਦਾ ਜੀ ਨੰਬਰ ਕਹਿੰਦਾ 4 5 ਔਰ 6 ਬਾਅਦ ਐਕਚੁਅਲੀ ਕਹਿੰਦਾ ਥਰੋ ਇਨ ਦੀ ਕਹਿੰਦਾ ਐਕਸਪੈਰੀਮੈਂਟ ਅੱਜ ਗਿਵਨ ਬਲੋ ਪਲੱਸ ਕਿਹਾ ਜੀ ਕਿ ਜਿਹੜੇ ਸਾਨੂੰ ਉੱਪਰ ਆਣਾ ਹੈ ਨਾ ਕਿੰਨਾ ਵੀ 4 5 ਜਾਂ 6 ਆਵੇ ਠੀਕ ਨਾ। ਕੁੱਲ ਕਿੰਨੇ ਹੁੰਦੇ ਆ ਸਾਡੇ ਕੋਲ 6 ਹੁੰਦੇ ਆ, ਇਹਦਾ ਮਤਲਬ ਸਾਡੇ ਕੋਲ ਪੀ ਕਿੰਨੀ ਆ ਜਾਣੀ ਹੈ ਜੀ, ਕੁੱਲ ਚਾਂਸ ਕਿੰਨੇ ਹੁੰਦੇ ਆ 6 ਹੁੰਦੇ ਆ, 4 ਆਵੇ 5 ਆਵੇ ਜਾਂ ਫਿਰ ਕਿੰਨਾ ਆਵੇ ਜੀ 6, ਇਹਦਾ ਮਤਲਬ 3/6 ਪੀ ਬਰਾਬਰ ਹੋ ਗਏ ਸਾਡੇ ਕੋਲ 1/2। ਉਹੀ ਹੁੰਦੀ ਨਾ ਗਿਣਤੀ 1 2 6 ਤੱਕ ਗਿਣਤੀ ਹੁੰਦੀ ਹੈ ਨਾ, 1 2 3 4 5 6। ਲੁੱਡੋ ਕਹਿੰਦਾ ਦੱਸੋ ਕੀ ਚਾਂਸ ਦਾ 4 5 ਜਾਂ 6 ਹੋ ਗਏ, ਇਹਦਾ ਮਤਲਬ ਕੁੱਲ ਚਾਂਸ ਕਿੰਨੇ ਹੋ ਗਏ 6 ਤੇ ਫੇਵਰੇਬਲ ਕਿੰਨੇ ਹੋ ਗਏ 3, ਉਹੀ 3 ਬਟਾ ਕੱਢ ਕੇ ਆਪਾਂ ਕਿਉਂ ਕਰ ਲਏ। ਤੇ ਜੇ ਪੀ 1/2 ਤਾਂ ਕਿਉਂ ਕਿੰਨੀ ਹੋਣੀ ਉਹੀ 1 ਚੋਂ ਘਟਾ ਕੇ ਬੇਟਾ ਇਹ ਵੀ 1/2 ਹੀ ਆ ਜਾਣੀ ਹੈ ਠੀਕ ਨਾ। ਹੁਣ ਬੇਟਾ ਜਿਹੜੀ ਇੱਕ ਤਾਂ ਹੋਣੀ ਸਾਡੇ ਕੋਲ ਛੋਟੀ n, ਉਹਨੇ ਕਹਿੰਦਾ ਕਿੰਨੀ ਵਾਰ ਸਿੱਟਿਆ ਹੈ ਪਰਫੈਕਟ ਮਤਲਬ ਡਾਈਜ਼ ਜਿਹੜਾ 5 ਪਰਫੈਕਟ ਹੈ ਨਾ 5 ਵਾਰ ਹੈ ਨਾ, ਇਹਦੇ ਵਿੱਚ ਛੋਟੀ n ਹੋਣੀ ਹੈਗੀ ਆ 5 ਠੀਕ ਨਾ। ਤੇ ਬੇਟਾ ਜਿਹੜੀ ਕੈਪੀਟਲ n ਹੋਣੀ ਆ ਉਹ ਤੁਹਾਡਾ SN ਦਾ ਜੋੜ ਹੋਣਾ, ਜੇ ਨਹੀਂ ਦਿੱਤਾ ਆ ਇੱਥੇ ਤਾਂ ਨਹੀਂ ਦਿੱਤਾ ਇਹ ਨਾ 96 ਇਹਦਾ ਜੋੜ ਹੁੰਦਾ ਹੈ 96 ਠੀਕ ਹੈ ਨਾ ਜੀ। ਇਹ ਕਿੰਨਾ ਹੋਣਾ ਜੀ 96। ਆਰ ਬੇਟਾ ਤੁਹਾਡੀ ਅਲੱਗ ਹੋਣੀ ਹੈ, ਹਰੇਕ ਦੇ ਵਿੱਚ ਭਰੀ ਜਾਣੀ, ਇਹਨੂੰ ਆਰ ਲੈ ਲੈਣਾ ਤੁਸੀਂ ਠੀਕ ਨਾ। ਜਿੱਦਾਂ ਹੁਣ ਬੇਟਾ ਆਪਾਂ ਪਹਿਲੇ ਦੀ ਐਕਸਪੈਕਟਡ ਫ੍ਰੀਕੁਐਂਸੀ ਕੱਢਣੀ ਆ ਤਾਂ ਕੀ ਆਊਗਾ, ਪਹਿਲਾਂ ਆਪਾਂ ਲਿਖਾਂਗੇ n ਕਿੰਨੀ ਆ 96 ਕਿੰਨੀ ਹੈ ਜੀ 96 ਇਨਟੂ ਆ ਸਾਡੇ ਕੋਲ ਹੁਣ ਕੁੱਲ n ਕਿੰਨੀ ਆ 5 ਆ ਨਾ, ਕਿੰਨੀ ਹੈ ਜੀ 5 ਆ। ਤੇ ਬੇਟਾ ਉਹੀ ਕੱਢ ਲੈਣਾ ਸੀ ਕਿਹਾ ਜੀ 5 ਕਿੰਨਾ ਚਾਹੀਦਾ ਜੀ 0, ਪੀ ਕਿੰਨੀ ਆ ਇਹਦਾ ਵੀ ਜੀ ਕਿੰਨਾ ਜੀ ਇਹਦਾ ਕਿੰਨਾ ਹੋਊਗਾ 0 ਤੇ 1/2 ਦਾ ਕਿੰਨਾ ਜੀ ਉਹੀ ਬੇਟਾ ਕਿੰਨਾ ਜੀ ਇਹਦਾ ਆ ਜਾਣਾ ਹੈਗਾ ਸਾਡੇ ਕੋਲ 5, ਇਹਦਾ 0 ਤੇ ਉਹ 5 ਦੇ ਵਿੱਚ 0 ਕੱਢਿਆ ਕਿੰਨਾ ਜੀ 5। ਇਸ ਚੀਜ਼ ਨੂੰ ਸੋਲਵ ਕਰਕੇ ਲਿਖ ਦੇਣਾ ਇਸ ਤਰ੍ਹਾਂ। ਇੱਧਰ ਆਜੋ ਫਿਰ ਅਗਲੇ ਵਿੱਚ ਕਿੰਨਾ ਆਣਾ ਜੀ 96 ਇਨਟੂ 5 ਕਿੰਨਾ ਜੀ 1 ਠੀਕ ਨਾ। ਫਿਰ ਅੱਗੇ ਕਿੰਨਾ ਆਣਾ ਜੀ 1/2 ਦੀ ਪਾਵਰ 1 1/2 ਦੀ ਪਾਵਰ 4 ਪਤਾ ਨਾ ਉਹੀ ਇੱਥੇ 1 ਸੀਗਾ 5 ਦੇ ਵਿੱਚ 1 ਕਢਾ ਕੇ 4 ਇਹਦੀ ਲਿਖ ਦਿੱਤੀ ਕਿਉਂ ਦੀ, ਕਰਕੇ ਸਾਡੇ ਕੋਲ ਐਕਸਪੈਕਟਡ ਫ੍ਰੀਕੁਐਂਸੀ ਦਾ ਫਾਰਮੂਲਾ ਦੱਸਿਆ ਨਾ ਤੁਹਾਨੂੰ ਮੈਂ n ਚੋਂ r p ਦੀ ਪਾਵਰ ਕਿੰਨੀ ਹੈ ਜੀ ਸਾਡੇ ਕੋਲ ਠੀਕ ਨਾ। p ਦੀ ਪਾਵਰ ਹੈਗੀ ਆ ਬੇਟਾ r ਤੇ q ਦੀ ਪਾਵਰ ਹੈਗੀ ਆ ਜੀ n ਮਾਈਨਸ r ਠੀਕ ਨਾ। ਇਹ ਵਾਲੇ ਫਾਰਮੂਲੇ ਵੈਲਿਊ ਪੁੱਟ ਕਰੀ ਜਾਣੀ ਇਸ ਤਰ੍ਹਾਂ ਬੇਟਾ। ਅੱਗੇ ਆ 96 ਗੁਣਾ 5 ਦੇ ਵਿੱਚ ਕਿੰਨੇ ਚਾਹੀਦੇ ਜੀ 2 ਚਾਹੀਦੇ ਆ ਠੀਕ ਨਾ। 2 ਚਾਂਸ ਮਤਲਬ 2 ਸਾਡੇ ਫੇਵਰ ਵਿੱਚ ਆਏ, ਫਿਰ ਉਹੀ ਬੇਟਾ ਕਰ ਦੇਣਾ 1 ਦੀ ਪਾਵਰ ਕਿੰਨੀ ਜੀ 2 ਤੇ 1/2 ਦੀ ਪਾਵਰ ਕਿੰਨੀ ਜੀ 3 ਠੀਕ ਆ। ਇਸ ਤਰ੍ਹਾਂ ਜੀ ਜੇ ਮਤਲਬ 3 ਹੋਣ ਇਹਦਾ ਮਤਲਬ 96 ਦੇ ਇੰਟੂ 5 ਚੋਂ ਕਿੰਨੇ ਜੀ 3 1/2 ਦੀ ਪਾਵਰ ਕਿੰਨੀ ਆਣੀ ਹੈ ਜੀ 3 ਤੇ 1/2 ਦੀ ਪਾਵਰ ਕਿੰਨੀ ਆਣੀ ਹੈ ਜੀ 2।
फिर अगे आ जाओ बेटा 96 इंटू 5 किन्ने चाहिए है जी 4 1/2 की पावर कितना जी 3 तो 1/2 की सॉरी 4 करके 4 है ना साढ़े को आर हम किन्नी है जी 4 आ तो इतने कितना आना जी 1 फिर जी 96 इंटू 5 ने 5 हो ਇਹਦਾ मतलब क्या जी 1/2 की पावर किन्नी जी 5 तो 1/2 की पावर किन्नी जी 0 और बेटा एक गल याद रखियो जो किसी पावर 0 हो 1 होंदा किसी की पावर 0 हो कितना होंदा वो 5 तो बेटा वही तुसी ना सॉल्व करके लिख देना कितना है ठीक है ना ठीक ना जिदा बेटा मैं पहले सॉल्व करके दस दिना है बाकी तुम सॉल्व आप करना जिदा है साढ़े को ठीक ना ये सॉल्व किदा होगा 96 है ना इंटू आ वाला जी 5 का कितना है जी 5 का फैक्टोरियल बटा 5 चो 0 कढ़िया 5 का फैक्टोरियल तो वही 0 का फैक्टोरियल ठीक है ना इंटू देखो बेटा इनू तो असं 0 पर कर देना है कि 1 आ जाना है ना तो आह 1/5 नूं 1/2 नूं 5 बार मल्टीप्लाई करो कितना जी 5 बार ठीक है ना उस तो बाद बेटा चीज़ में सॉल्व करा तो कट के 1 आ गया ठीक है ना आ कितना आना जी 2 दूनी 4 4 दूनी 8 8 दूनी 16 16 दूना 32 कितना आ गया जी 32 तो साढ़े को कितना आना बेटा 96 गुणा 1/32 और ये कट के कितना आना जी 3 तो बेटा यदी एक्सपैक्टेड फ्रीक्वेंसी कितनी आ जानी 3 ठीक है ना हम बेटा एक चीज़ देखो ये जिथे ना 1/2 हो पी भी 1/2 हो क्यू भी 1/2 हो ठीक है ना वो थानू ना बहुती कैलकुलेशन करने की लड़ नहीं देखो इत्थे भी 1/2 5 बार मल्टीप्लाई होना इत्थे भी 1/2 5 बार होना एक बार आह 4 बार आह इत्थे भी 5 बार होना 2 बारी आह 3 बारी आह इधर लिखोना जिदा 1/2 की पावर 2 1/3 की पावर कितना लिखोना आ देखो आही चीज़ लिखोनी ना साढ़े को किदा जी 1/2 2 बार आ लिख दिता 1/2 1/2 1/2 कुल 5 बारी देखोगे एक बार 32 है ना पहले तुम सीधा डायरैक्ट ये 32 लिख सकते हर बार ठीक है ना जो थोड़ा 3 आ गया तो तुम इनू अगे इदा कर सकते हो किस तरह जी 96 ठीक है ना गुणा इस चीज़ बना के लिख लो कितना है जी इहदा जाना है साढ़े को बेटा ये 5 का फैक्टोरियल बटा 5 च कढ़िया 4 का फैक्टोरियल तो 1 का फैक्टोरियल ठीक है ना बाकी इस चीज़ सॉल्व कर लेना इंटू क्या जी पहला 132 सीधे ला लो करके इतने भी 132 आना देखो हर बार करके चाहे इदा तुम अलग तो सॉल्व कर सकते जिदा सॉल्व किया ठीक है थोड़ी मैं तो लॉजिक देता जी 1/1 हो ना तो हर बार जिन्ना ना एक बार मल्टीप्लाई करने ते आया हर बार उन्ने मल्टीप्लाई करने ते आया तो सीधा भी इस तरह ला सकते हो हम जिदा इनू आप सॉल्व कर देना है ठीक है ना तो सॉल्व करके की आना साढ़े को सॉल्व करके आना बेटा 96 गुणा 5 इंटू 4 का फैक्टोरियल और बटा कितना जी साढ़े को 4 का फैक्टोरियल गुणा वही 1/32 है ना मल्टीप्लाई कर 2 5 बार तो ये कट दो बेटा 4 ने 4 कट गया इन्ना कितना कट गया 3 5 ते 15 ਇਹਦਾ ਕਿੰਨਾ ਆਣਾ ਸਾਡੇ ਕੋਲ ਇਹਦੀ ਕਿੰਨੀ ਆ ਜਾਣੀ ਐਫ ਦੀ ਐਕਸਪੈਕਟਡ ਫ੍ਰੀਕੁਐਂਸੀ 5 ਆ ਜਾਣੀ ਠੀਕ ਨਾ ਔਰ ਇਸੇ ਤਰ੍ਹਾਂ ਬੇਟਾ ਅਗਲੇ ਦਾ ਇਹਦੇ ਵਿੱਚ ਆ ਜੋ ਸੈਕਿੰਡ ਵਿੱਚ ਇਹਦੇ ਵਿੱਚ ਕਿੰਨਾ ਆਣਾ ਜੀ ਉਹੀ ਜੀ ਦੇਖੋ ਕਿੰਨਾ ਆਣਾ ਸਾਡੇ ਕੋਲ ਇਹਦੇ ਵਿੱਚ ਆਣਾ ਹੈਗਾ ਬੇਟਾ ਸਾਡੇ ਅਗਲੇ ਵਿੱਚ ਕਿੰਨਾ ਹੈ ਜੀ 96 ਹਨਾ ਤੇ ਗੁਣਾ ਕਿੰਨਾ ਹੈ ਜੀ ਗੁਣਾ ਆ ਜਾਣਾ ਹੈਗਾ ਸਾਡੇ ਕੋਲ 96 ਗੁਣਾ 5 ਦਾ ਫੈਕਟੋਰੀਅਲ गुणा 4 का फैक्टोरियल सॉरी 5 4 गुणा 3 का फैक्टोरियल ठीक है ना वही थले कि जी 5 3 कढ़िया 3 का फैक्टोरियल ठीक है ना गुणा 2 तो गुणा ही जी 1/32 सॉल्व कर लो फिर बेटा इनू तो कट के 3 आ जाना है ना तो आ कि 3 कट गया इन्ना कट गया कि 5 तो 10 10 होते हैं 30 कितना जी ये आ जाना 30 ठीक है ना इस तरह बेटा तुम बाकी कढ़ लेने ठीक है ना मतलब सारे कल कल सॉल्व कर देना जो 1/32 वाला ना मैं तुम उदा दसदा कि शॉर्टकट हमेशा इदा होंगे तो साढ़े आंसर किन्ने किन्ने आ जाने पहले तो 3 आ जाना ठीक है ना सॉरी यह 5 ने तो 15 आया सर आप इतने कि कढ़िया 15 कढ़िया ठीक है ना जिदा 3 आया सर इतने 5 आया सर 5 ते 15 उस तो अगले का कितना आ गया 30 आ जाना उस तो अगले का बेटा कितना आ जाना जी 30 ठीक है ना तो उस तो अगले का कितना आ जाना बेटा साढ़े को उस तो अगले का आ जाना है साढ़े को कितना जी 15 ठीक है ना पर एक गल याद रखियो कि यदा आ जाना साढ़े को 3 कि इन्हों का भी जोड़ है ना कितना बनना 96 ही बनना साढ़ा सारिया का ठीक है इन्ना गल याद रखियो मतलब तो इदा तुम एक्सपैक्टेड फ्रीक्वेंसी कढ़नी हरेक की ठीक है ना और बेटा जो थोड़े सवाल है ना सारे पी तो क्यों मेरे ख्याल 1/5 ही आ 1/5 सॉरी 1/2 ही आ पी भी 1/2 आ जिदा अगला सवाल आ
ਕਹਿੰਦਾ ਜੀ ਫੋਲੋਮਾ ਦੀ ਗਿਵਨ ਨੰਬਰ ਆਫ ਦੀ ਕਹਿੰਦੀ ਸੀਡਸ ਗਰਮੀ ਉਹੀ ਹੈ ਬੇਟਾ ਕਿ ਸੀਡ ਮਤਲਬ ਜੰਮਦਾ ਨਹੀਂ ਜੰਮਦਾ ਉਹ ਕਿੰਨੀ ਆ ਜੀ ਇੱਕ ਦੂਜਾ ਹੁੰਦਾ ਕੀ ਕਹਿੰਦੇ ਹੁੰਦੇ ਉਹਨੂੰ ਆਪਾਂ ਉਹਨੇ ਬਣਦਾ ਹੁੰਦਾ ਸਾਡਾ 1/2 1/2 ਹੁੰਦੀ ਆ ਕਿ ਬੀਜ ਜੰਮ ਜੂਗਾ 1/2 ਕੀ ਹੋਊਗੀ ਜੀ ਉਹ ਨਹੀਂ ਜੰਮੂਗਾ ਇਹ 'ਚ ਵੀ 1/2 ਹੀ ਆਣੀਆਂ ਇਹਦੇ ਵਿੱਚ ਬੇਟਾ ਪਹਿਲਾਂ ਨਾ 1/2 ਨੂੰ 10 ਵਾਰ ਤੁਸੀਂ ਪਹਿਲਾਂ ਮਲਟੀਪਲਾਈ ਕਰ ਲੈਣਾ ਮਲਟੀਪਲਾਈ ਕਰਕੇ ਫਿਰ ਪਰ ਜੇ ਤਾਂ 1/32 ਲਾਈ ਜਾਂਦੇ ਹਰੇਕ ਨਾਲ ਸਿੱਧਾ ਲਾ ਸਕਦੇ ਹੋ ਤੁਸੀਂ ਤੁਹਾਨੂੰ ਬਾਰ-ਬਾਰ 1/2 ਨੂੰ 10 ਵਾਰ ਮਲਟੀਪਲਾਈ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਠੀਕ ਨਾ ਉਹ ਤੋਂ ਅੱਗੇ ਆ ਬੇਟਾ ਉਹ ਤੋਂ ਅਗਲਾ ਵੀ ਇਹਦੇ ਨਾਲ ਦਾ 4 ਕਹਿੰਦਾ ਕੁਆਇਨਸ ਆ ਟੋਸ ਕੁਆਇਨ ਜਦੋਂ ਟੋਸ ਕਰਦੇ ਆ ਹੈਡ ਟੇਲ ਹੀ ਹੁੰਦਾ ਉਹਦਾ ਵੀ 1/2 ਹੁੰਦਾ ਉਹ ਵੀ ਤੁਹਾਡੇ ਇਹਦੇ ਵਾਂਗੂ ਹੋ ਜਾਣਾ ਆ ਤੇ ਬੇਟਾ ਫੋਰਥ ਵੀ ਇਹਦੇ ਨਾਲ ਦਾ ਲਗਭਗ ਸਾਰੇ ਤੁਹਾਡੇ ਇਹਦੇ ਨਾਲ ਦੇ ਹੀ ਆ ਕੁਐਸਚਨ ਠੀਕ ਨਾ ਇਹ ਵਾਲੇ ਕੁਐਸਚਨ ਵੇ ਤਾਂ ਅਸੀਂ ਆਪ ਕਰ ਲੈਣੇ ਹੁਣ ਠੀਕ ਨਾ ਤੇ ਮੈਂ ਤੁਹਾਨੂੰ ਹੁਣ ਅਗਲਾ ਕਰਨਾ ਹੈਗਾ ਐਕਸਰਸਾਈਜ਼ ਜਿਹੜੀ ਫੋਰਥ ਆ ਕਿਹੜੀ ਹੈ ਸਾਡੇ ਕੋਲ ਪੋਇਜ਼ਨ ਡਿਸਟ੍ਰੀਬਿਊਸ਼ਨ ਠੀਕ ਨਾ ਬੇਟਾ ਬਾਈਨੋਮੀਅਲ ਡਿਸਟ੍ਰੀਬਿਊਸ਼ਨ ਦੇ ਜਿਹੜੇ ਟੌਪਿਕ ਸੀਗੇ ਮੈਂ ਤੁਹਾਨੂੰ ਕਰਵਾਤੇ ਆ ਠੀਕ ਨਾ ਹੁਣ ਅਗਲਾ ਦੇਖੋ ਬੇਟਾ ਪੋਇਜ਼ਨ ਡਿਸਟ੍ਰੀਬਿਊਸ਼ਨ ਵਾਲਾ ਜਿਹੜਾ ਤੁਹਾਡਾ ਟੌਪਿਕ ਆ ਠੀਕ ਨਾ ਔਰ ਬੇਟਾ ਨਾਲ ਦੇ ਇਹਦੇ ਕੁਐਸਚਨ ਕਰ ਲੈਣੇ ਜਿਹੜੇ 3-4 ਕੁਐਸਚਨ ਹੈਗੇ ਆ ਸਾਡੇ ਕੋਲ ਠੀਕ ਹੈ ਜੀ ਓਕੇ ਬੇਟਾ ਅਗਲਾ ਦੇਖੋ ਪੋਇਜ਼ਨ ਡਿਸਟ੍ਰੀਬਿਊਸ਼ਨ ਹਾਂਜੀ ਬੇਟਾ ਪੋਇਜ਼ਨ ਡਿਸਟ੍ਰੀਬਿਊਸ਼ਨ ਬੇਟਾ ਉੱਥੇ ਕੱਢੀ ਜਾਂਦੀ ਆ ਜਾਂ ਪ੍ਰੋਬੇਬਿਲਿਟੀ ਇਹ ਮੈਥਡ ਉੱਥੇ ਯੂਜ਼ ਕੀਤਾ ਜਾਂਦਾ ਆ ਜਿੱਥੇ ਸਾਡੇ ਕੋਲ ਹੈ ਨਾ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਘੱਟ ਹੋਈ ਜਿੱਦਾਂ ਮਤਲਬ ਕਿ ਜੀ ਜਿੱਦਾਂ ਆਪਾਂ ਹੁਣ ਤੱਕ ਪ੍ਰੋਬੇਬਿਲਿਟੀ ਕਿੰਨੀ ਕੱਢੀ ਹੈ ਜਾਂ ਤਾਂ ਸਾਡੇ ਕੋਲ P 1/2 ਹੁੰਦੀ ਸੀਗੀ ਜਾਂ ਸਾਡੇ ਕੋਲ P ਕਿੰਨੀ ਹੋ ਜਾਂਦੀ ਸੀਗੀ 2/5 ਹੋ ਜਾਂਦੀ ਸੀਗੀ ਜਾਂ ਸਾਡੇ ਕੋਲ P ਬੇਟਾ ਕਿੰਨੀ ਹੈ 7/10 ਹੋ ਜਾਂਦੀ ਸੀਗੀ ਠੀਕ ਨਾ ਯਾਨੀ ਕਿ ਬਹੁਤਾ ਮਤਲਬ ਪੁਆਇੰਟਾਂ ਦੇ ਵਿੱਚ 2 ਡਿਜਿਟ ਤੱਕ ਹੁੰਦੀ ਸੀਗੀ ਠੀਕ ਨਾ ਲੇਕਿਨ ਜੇ ਸਾਡੇ ਕੋਲ P ਬਰਾਬਰ ਇਸ ਤਰ੍ਹਾਂ ਦਿੱਤੀ ਹੋਵੇ ਕਿੰਨੀ ਜੀ ਜਿੱਦਾਂ ਹੁਣ ਸਾਨੂੰ ਪਤਾ ਕਿ ਜਿੱਦਾਂ P ਹੁੰਦਾ ਸੀ 1/2 ਹੁੰਦੀ ਸੀਗੀ ਆਪਾਂ 1/2 ਨੂੰ ਕਿੰਨੀ ਵਾਰ ਮਲਟੀਪਲਾਈ ਕਰਦੇ ਸੀਗੇ ਘੱਟੋ ਘੱਟ 10 ਵਾਰ ਵੀ ਕਰ ਲੈਂਦੇ ਸੀਗੇ 15 ਵਾਰ ਵੀ ਕਰ ਲੈਂਦੇ ਸੀਗੇ ਠੀਕ ਨਾ ਲੇਕਿਨ ਜੇ ਸਾਡੇ ਕੋਲ P ਜਿਹੜੀ ਹੋਵੇ ਕਿੰਨੀ ਹੋਵੇ ਜੀ ਮੰਨ ਲਓ 3/100 ਹੋਵੇ ਹੁਣ ਇਹ ਕਿੰਨੀ ਆਣੀ ਹੈ ਜੀ 0.03 ਆ ਕਿੰਨਾ ਆ ਗਿਆ 0.03 ਦੇਖੋ ਬੇਟਾ ਜਿਹਨੂੰ 10 ਵਾਰ ਮਲਟੀਪਲਾਈ ਕਰਨੇ ਹੋਵੇ ਕਿੰਨਾ ਬਣ ਜਾਣੀ ਇਹ ਤਾਂ ਰਕਮ ਬਹੁਤ ਵੱਡੀ ਹੋ ਜਾਣੀ ਠੀਕ ਨਾ ਕਿ ਜਦੋਂ ਸਾਡੀ ਜਿਹੜੀ ਹੈ ਨਾ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਘੱਟ ਹੋਵੇ ਠੀਕ ਹੈ ਨਾ ਕਿਆ ਜੀ ਮਤਲਬ ਕੈਲਕੂਲੇਸ਼ਨ ਦੇ ਵਿੱਚ ਜ਼ਿਆਦਾ ਹੋਵੇ ਤਾਂ ਉਦੋਂ ਬੇਟਾ ਆਪਾਂ ਪੋਇਜ਼ਨ ਡਿਸਟ੍ਰੀਬਿਊਸ਼ਨ ਲਾਉਂਦੇ ਹਾਂ ਠੀਕ ਹੈ ਨਾ ਔਰ ਇਹਦੇ ਵਿੱਚ ਬੇਟਾ ਪ੍ਰੋਬੇਬਿਲਿਟੀ ਦਾ ਫਾਰਮੂਲਾ ਦੇਖ ਲਓ ਕੀ ਹੁੰਦਾ ਹੈ ਠੀਕ ਨਾ ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁੰਦਾ ਬੇਟਾ e ਦੀ ਪਾਵਰ -m ਕਹਿੰਦੀ e ਦੀ ਪਾਵਰ -m ਠੀਕ ਹੈ ਨਾ ਨਾਲ ਮਲਟੀਪਲਾਈ ਕਿਆ ਹੈ ਜੀ यानी कि जे आप प्रोबेबिलिटी किहदी कढ़नी है जी एक्स की कढ़नी है किहदी कढ़नी है प्रोबेबिलिटी एक्स की ठीक है ना तो ई दी पावर m ठीक है ना मल्टीप्लाई क्या है जी m दी पावर x ते x दा फैक्टोरियल क्या जी x दा फैक्टोरियल ठीक है ना और बेटा ये जिहड़ी m बराबर हुंदी आ m बराबर हुंदी ओही जिहड़ा आपां पिछे कढ़िया सी मी ठीक है ना वो बराबर किहदे होना है जी NP n इंटू P ਦੇ ਜਾਣੀ ਕਿ P ਨੂੰ n ਨਾਲ ਮਲਟੀਪਲਾਈ ਕਰਕੇ ਸਾਡੇ ਕੋਲ ਕੀ ਆ ਜਾਣਾ ਜੀ NP ਆ ਜਾਣਾ ਠੀਕ ਹੈ ਨਾ ਉਹ ਸਾਡੇ ਕੋਲ ਕੀ ਆ ਜਾਣਾ ਜੀ m ਠੀਕ ਹੈ ਨਾ ਔਰ ਉਸ ਤੋਂ ਬੇਟਾ ਵੇਖਦਾ ਜੇ ਮੰਨ ਲਓ ਹੁਣ ਸਾਡੇ ਕੋਲ ਮੰਨ ਲਓ ਆ ਜਾਂਦਾ ਹੈਗਾ ਕਿੰਨਾ ਹੈ ਜੀ m ਕਿੰਨਾ ਆ ਗਿਆ ਬਰਾਬਰ 3 ਆ ਗਿਆ ਕਿੰਨਾ ਆ ਗਿਆ ਜੀ 3 ਹੁਣ ਜੇ ਤੁਸੀਂ e ਦੀ ਪਾਵਰ -3 ਦੇਖਣੀ ਹੈ ਨਾ ਤਾਂ ਬੇਟਾ ਉਹ ਤੁਹਾਨੂੰ ਗਿਵਨ ਹੋਊਗੀ ਕੀ ਹੋਣੀ ਹੈ ਜੀ ਦਿੱਤੀ ਹੋਣੀ ਆ ਠੀਕ ਨਾ ਤੁਸੀਂ ਇਹ ਨਹੀਂ ਦੇਖਣਾ ਕਿ ਅਸੀਂ ਮੈਨੂੰ ਸਾਨੂੰ ਕਿੱਦਾਂ ਕੱਢਣੀ ਨਹੀਂ ਹੈਗੀ ਤੁਹਾਨੂੰ ਕੀ ਹੋਣੀ ਹੈ ਜੀ ਗਿਵਨ ਹੋਣੀ ਆ ਠੀਕ ਹੈ ਨਾ ਜੀ ਜਾਂ ਤੁਹਾਨੂੰ ਵਿੱਚ ਟੇਬਲ ਦਿੱਤਾ ਹੋਣਾ ਤੁਸੀਂ ਉੱਥੇ ਦੇਖ ਲੈਣਾ ਠੀਕ ਨਾ ਪਰ ਜ਼ਿਆਦਾਤਰ ਬੇਟਾ ਤੁਹਾਨੂੰ ਉਹ ਕਿਹਾ ਜੀ ਵੈਲਿਊ ਸਾਨੂੰ ਗਿਵਨ ਹੋਣੀ ਤੁਸੀਂ ਸਿੱਧੀ ਵੈਲਿਊ ਭਰਨੀ ਹੈ ਉਹਦੀ ਠੀਕ ਹੈ ਨਾ ਬਸ ਬੇਟਾ ਇਹਦੇ ਵਿੱਚ ਆਹੀ ਫਾਰਮੂਲਾ ਹੈ ਜਿਹਦਾ ਪ੍ਰੋਬੇਬਿਲਿਟੀ ਕੱਢਣੀ ਆ ਆਹ ਕੱਢਣੀ ਆ ਜੇ ਮਤਲਬ ਨੰਬਰ ਆਫ ਆਈਟਮ ਕੱਢਣਾ ਆ ਤਾਂ ਫਿਰ ਕੁਛ ਵੀ ਨਹੀਂ ਜਿਹੜੀ n ਹੋਣਾ ਆ ਉਹਨੂੰ ਕਿੰਨਾ ਮਲਟੀਪਲਾਈ ਕਰ ਦੇਣਾ ਜੀ ਜੋ ਵੀ ਆਪਾਂ ਕੱਢੀ ਹੋਣੀ ਆ ਪ੍ਰੋਬੇਬਿਲਿਟੀ ਕਿਹਦੀ ਜੀ x ਦੀ ਤਾਂ ਦੱਸਿਆ ਨਾ ਉਹੀ ਜੇ ਮਤਲਬ ਕਿਸੇ ਚੀਜ਼ ਦਾ ਨੰਬਰ ਕੱਢਣਾ ਆ ਤਾਂ ਜਿਹੜਾ ਟੋਟਲ n ਹੋਣਾ ਉਹਨੂੰ ਮਲਟੀਪਲਾਈ ਕਰ ਦੇਣਾ ਜਿੰਨੇ ਕੋਲ ਰਕਮਾਂ ਦਿੱਤੀਆਂ ਠੀਕ ਹੈ ਨਾ ਉਹਨੂੰ ਮਲਟੀਪਲਾਈ ਕਰਕੇ ਸਾਡੇ ਕੋਲ ਉਹ ਆ ਜਾਣਾ ਨੰਬਰ ਠੀਕ ਹੈ ਨਾ ਬਸ ਬੇਟਾ ਇਹਦੇ ਵਿੱਚ ਇਹੀ ਆ ਠੀਕ ਹੈ ਨਾ ਮੈਂ ਤੁਹਾਨੂੰ ਸਿਰਫ 2 ਕੁਐਸਚਨ ਕਰਾਣੇ ਐਕਸਰਸਾਈਜ਼ ਦੇ ਬਾਕੀ ਸਾਰੇ ਤੁਸੀਂ ਆਪੇ ਕਰਨੇ ਆ ਠੀਕ ਹੈ ਨਾ ਜਦੋਂ ਬੇਟਾ ਕੁਐਸਚਨ ਜਿਹੜਾ ਨਹੀਂ ਹੋਊਗਾ ਮੈਨੂੰ ਦੱਸ ਦੇਣਾ ਉਹ ਮੈਂ ਦੇਖ ਲੂੰਗਾ ਠੀਕ ਹੈ ਨਾ ਜਿੱਦਾਂ ਬੇਟਾ ਸਾਡੇ ਕੋਲ ਕੁਐਸਚਨ ਨੰਬਰ 1 ਸੈਕਿੰਡ ਦੇਖੋ ਪਹਿਲਾਂ ਠੀਕ ਹੈ ਨਾ ਸੈਕਿੰਡ ਕੁਐਸਚਨ ਵਿੱਚ ਕੀ ਕਹਿੰਦਾ ਆ ਕਹਿੰਦਾ ਫਾਈਂਡ ਦੀ ਪ੍ਰੋਬੇਬਿਲਿਟੀ ਦੈਟ ਕਹਿੰਦਾ ਯੂ ਮਸਟ ਕਹਿੰਦਾ ਜੀ 5 ਡਿਫੈਕਟਿਵ ਕਹਿੰਦਾ ਬੁਲਟਸ ਵਿਲ ਵੀ ਕਹਿੰਦਾ ਫਾਊਂਡ ਇਨ ਏ ਬਾਕਸ ਕਹਿੰਦਾ ਆਫ ਕਿੰਨਾ ਜੀ 200 ਬਲਬ ਠੀਕ ਹੈ ਨਾ ਕਿ ਪਲੱਸ ਕਿਆ ਨਹੀਂ ਠੀਕ ਹੈ ਨਾ ਕਿ 5 ਕੀ ਕਰਨੇ ਆ ਜੀ ਕਿ ਮਤਲਬ ਕਿਆ ਜੀ ਇੱਕ ਬਾਕਸ ਦੇ ਵਿੱਚ ਸਾਡੇ ਕੋਲ ਕਿੰਨੇ ਹੈਗੇ ਆ ਜੀ 200 ਬਲਬ ਸਾਹ ਅਸੀਂ ਉਹਨਾਂ ਵਿੱਚ ਕੀ ਕਰਨੇ ਡਿਫੈਕਟਰ ਕੱਢਣੇ ਆ ਕਿੰਨੇ ਹੁਣ ਜੀ ਵੱਧ ਤੋਂ ਵੱਧ ਕਹਿੰਦਾ 5 ਹੋਣ
ਵੱਧ ਤੋਂ ਵੱਧ 5 ਹੋਣ, ਘੱਟ ਤੋਂ ਘੱਟ ਜਿੰਨੇ ਮਰਜ਼ੀ। ਕਹਿੰਦਾ ਇਫ ਇਟ ਇਜ਼, ਕਹਿੰਦਾ ਨੋ ਦੈਟ ਦੀ 2% ਉਹ ਵੀ ਸੱਚ, ਕਹਿੰਦਾ ਬੁਲਸ ਆਰ ਵੀ ਐਕਸਪੈਕਟਿਡ ਟੂ ਵੀ ਡਿਫੈਕਟਿਵਸ। ਉਹੀ ਹੈ ਬੇਟਾ ਕਿ ਮੰਨ ਲਓ ਜਿਹੜੀ ਸਾਡੇ ਕੋਲ ਡਿਫੈਕਟਰ ਹੋਣ ਦੀ ਪ੍ਰੋਬੇਬਿਲਿਟੀ ਕਿੰਨੀ ਹੈ ਜੀ, ਕਹਿੰਦਾ 2% ਆ। ਇਹਦਾ ਮਤਲਬ ਇਹਦੇ ਵਿੱਚ ਸਾਨੂੰ ਕੀ ਦਿੱਤਾ ਹੈ ਜੀ ਕੁਐਸਚਨ ਸੈਕੰਡ ਦੇ ਵਿੱਚ, ਪਹਿਲੇ ਨੰਬਰ ਤੇ P ਦਿੱਤੀ ਉਹ ਨਹੀਂ ਸਾਨੂੰ ਕਿੰਨੀ ਜੀ 2%, 2/100 ਮਤਲਬ 0.02, 0.02। ਬਾਕੀ ਨਾਲ ਉਹਨੇ ਸਾਨੂੰ n ਕਿੰਨੀ ਦੇ ਦਿੱਤੀ ਹੈ ਬੇਟਾ, n ਦੇ ਦਿੱਤੀ ਹੈਗੀ ਸਾਡੇ ਕੋਲ ਕਿੰਨੀ ਜੀ, n ਦੇ ਦਿੱਤੀ ਹੈਗੀ ਸਾਨੂੰ ਨਹੀਂ 200, n ਕਿੰਨੀ ਦੇ ਦਿੱਤੀ ਜੀ ਸਾਨੂੰ 200 ਦੇ ਦਿੱਤੀ ਬੇਟਾ, ਠੀਕ ਨਾ। ਉਸ ਤੋਂ ਬਾਅਦ ਅਗਲਾ ਕੁਐਸਚਨ ਕੀ ਆ, ਕਹਿੰਦਾ ਸਾਨੂੰ ਪਤਾ ਕੀ ਕੀਤਾ ਆ, ਕਹਿੰਦਾ ਦੱਸੋ ਅਸੀਂ ਕੀ ਪਤਾ ਕਰਨੀ ਹੈਗੀ, ਪ੍ਰੋਬੇਬਿਲਿਟੀ ਪਤਾ ਕਰਨੀ ਆ ਕਿ ਵੱਧ ਤੋਂ ਵੱਧ ਕਿੰਨੇ ਹੋਣ ਜੀ 5। ਇਹਦਾ ਮਤਲਬ ਜਿਹੜੀ ਆਪਾਂ ਪ੍ਰੋਬੇਬਿਲਿਟੀ ਪਤਾ ਕਰਨੀ ਆ, ਠੀਕ ਨਾ, ਉਹ ਕਿਹਦੀ ਪਤਾ ਕਰਨੀ ਆ ਕਿ ਜਿਹੜੀ x ਵਾ, ਠੀਕ ਹੈ ਜੀ, ਜਾਂ ਤਾਂ 5 ਤੋਂ ਘੱਟ ਵਾ ਜਾਂ 5 ਦੇ ਬਰਾਬਰ ਆ, ਜਾਂ 5 ਤੋਂ ਘੱਟ ਵਾ ਜਾਂ 5 ਦੇ ਬਰਾਬਰ ਆ। ਇਹਦਾ ਮਤਲਬ ਬੇਟਾ ਸਾਡੇ ਕੋਲ ਜਿਹੜੀ ਪ੍ਰੋਬੇਬਿਲਿਟੀ ਆਣੀ ਕਿਹਦੀ ਕਿਹਦੀ ਲਵਾਂਗੇ, ਜਾਣੀ ਕਿ 5 ਹੋਵੇ ਜਾਂ 5 ਤੋਂ ਘੱਟ ਹੋਵੇ। ਕੁੱਲ ਕਰਕੇ ਸੱਤ 200 ਆ ਨਾ, ਕੁੱਲ ਕਿੰਨੀ ਹੈ ਜੀ 200। ਅਸੀਂ 5 ਜਾਂ 5 ਤੋਂ ਘੱਟ ਲੈਣੀਆਂ ਹੈ, ਠੀਕ ਨਾ। ਉਹ ਕਿੱਦਾਂ ਆਣੀਆਂ ਬੇਟਾ, ਉਹ ਇਸ ਤਰ੍ਹਾਂ ਆਣੀ ਸਾਡੇ ਕੋਲ ਕਿੰਨੀ ਹੈ ਜੀ, ਆਹ ਚੀਜ਼ ਆ ਜਾਣੀ ਕਿੰਨਾ ਜੀ, ਪਹਿਲਾਂ ਪ੍ਰੋਬੇਬਿਲਿਟੀ ਕਿਹਦੀ ਕੱਢਣੀ ਹੈ ਜੀ ਆਪਾਂ, x ਬਰਾਬਰ 0 ਪਲੱਸ ਪ੍ਰੋਬੇਬਿਲਿਟੀ x ਬਰਾਬਰ 1 ਪਲੱਸ ਪ੍ਰੋਬੇਬਿਲਿਟੀ x ਬਰਾਬਰ 2 ਪਲੱਸ ਪ੍ਰੋਬੇਬਿਲਿਟੀ x ਬਰਾਬਰ 3 ਪਲੱਸ ਪ੍ਰੋਬੇਬਿਲਿਟੀ x ਬਰਾਬਰ 4, ਠੀਕ ਹੈ ਨਾ। ਤੇ ਇਸੇ ਤਰ੍ਹਾਂ ਬੇਟਾ ਪਲੱਸ ਪ੍ਰੋਬੇਬਿਲਿਟੀ x ਬਰਾਬਰ 5, ਠੀਕ ਹੈ ਨਾ। ਇਹਦਾ ਮਤਲਬ ਸਾਰੇ ਆਪਾਂ x ਬਰਾਬਰ ਜੇ ਹੁਣ ਵੱਧ ਤੋਂ ਵੱਧ ਸਾਨੂੰ 5 ਕਿਹਾ ਹੈ ਨਾ ਤਾਂ ਆਪਾਂ 5 ਤੱਕ ਕੱਢ ਦੇਣੀ ਇਹਨਾਂ ਦੀ, ਠੀਕ ਨਾ। ਹੁਣ ਬੇਟਾ ਇਹਨਾਂ ਸਾਰਿਆਂ ਦੀ ਸਾਨੂੰ ਕੀ ਚਾਹੀਦੀ, m ਚਾਹੀਦੀ ਹੈ, ਠੀਕ ਨਾ। ਔਰ m ਦਾ ਸਾਨੂੰ ਮੈਂ ਦੱਸਿਆ ਹੀ ਹੈ ਫਾਰਮੂਲਾ ਕੀ ਹੁੰਦਾ, m ਦਾ ਬਰਾਬਰ ਕੀ ਹੁੰਦਾ NP, n ਕਿੰਨੀ ਹੈ ਸਾਡੇ ਕੋਲ 200 ਗੁਣਾ 0.02, ਔਰ ਇਹ ਬੇਟਾ ਸੋਲਵ ਕਰਕੇ ਆ ਜਾਣਾ ਸਾਡੇ ਕੋਲ 4, ਠੀਕ ਨਾ। ਤੇ ਬੇਟਾ ਹੁਣ ਅਸੀਂ ਉਹ ਕੱਢ ਦੇਣਾ ਕਿਆ ਜੀ, ਪ੍ਰੋਬੇਬਿਲਿਟੀ ਕਿਹਦੀ ਕੱਢਣੀ ਹੈ ਜੀ, x ਲੈਸ ਦੈਨ ਜਾਂ ਇਕੁਅਲ ਟੂ ਕਿੰਨਾ ਹੋਵੇ ਜੀ 5। ਜੇ ਬੇਟਾ ਕੱਲਾ x ਪੁੱਛਿਆ ਹੋਵੇ ਨਾ ਤੇ x ਬਰਾਬਰ ਮੰਨ ਲਓ ਕਿੰਨੇ ਵੱਧ ਤੋਂ ਵੱਧ ਕਿੰਨੇ 4 ਡਿਫੈਕਟਡ ਦੀ ਕੱਢੋ, ਕਿੰਨੇ ਦੀ ਕੱਢੋ 4 ਦੀ, ਤਾਂ ਬੇਟਾ ਆਪਾਂ ਕੱਲਾ 4 ਵਾਲਾ ਲਿਖਣਾ ਸੀ। ਜੇ ਪੁੱਛਿਆ ਹੋਵੇ ਡਿਫੈਕਟਡ 2 ਹੋਣ ਫੇਰ ਕੱਲਾ ਅਸੀਂ ਕਿਹਦਾ ਕੱਢਣਾ ਜੀ 2 ਦਾ। ਹੁਣ ਉਹਨੇ ਕਿਹਨੇ ਦੱਸਿਆ ਕਿ ਵੱਧ ਤੋਂ ਵੱਧ 5 ਹੋਣ, 5 ਤੋਂ ਜਿੰਨੇ ਮਰਜ਼ੀ, ਇਹਦਾ ਮਤਲਬ ਜੇ 1 ਹੋਵੇ 0 ਹੋਵੇ ਤਾਂ ਵੀ 5 ਤੱਕ ਹੀ ਆ, ਜੇ 1 ਵਾ ਤਾਂ ਵੀ 5 ਤੋਂ ਘੱਟ ਹੀ ਆ, 2 ਆ ਤਾਂ ਵੀ 5 ਤੋਂ ਘੱਟ ਆ, 3 ਆ ਤਾਂ ਵੀ, 4 ਆ ਤਾਂ ਵੀ, ਤੇ 5 ਆ ਉਹ ਤਾਂ 5 ਦੇ ਬਰਾਬਰ ਹੈਗਾ, ਠੀਕ ਨਾ। ਮਤਲਬ 4 ਬਾਕੀ ਉਹੀ ਲਾਉਣਾ ਬੇਟਾ, ਫਾਰਵਰਡ ਡੈਪਰੀਸ਼ਨ ਪ੍ਰੋਬੇਬਿਲਿਟੀ ਕੱਢਣਾ ਸਾਡਾ ਅਲੱਗ-ਅਲੱਗ ਮੈਥਡ ਆ। ਜੇ ਤੁਹਾਨੂੰ ਪਹਿਲੇ ਦਾ ਕੀ ਫਾਰਮੂਲਾ ਲੱਗੂਗਾ, ਹੁਣ x ਕਿੰਨਾ ਸਾਡੇ ਇੱਥੇ 0 ਆ, ਇਹਦਾ ਮਤਲਬ ਕਿਆ ਜੀ, ਪਹਿਲਾਂ ਤਾਂ ਲਿਖਾਂਗੇ ਆਪਾਂ e ਦੀ ਪਾਵਰ -4, m 4 ਕੱਢੀ ਹੈ ਨਾ ਆਪਾਂ ਆਪਣੇ ਫਾਰਮੂਲੇ 'ਚ, ਹੁਣ ਮੈਂ ਪੁੱਟ ਕਰਨ ਲੱਗਾ, ਠੀਕ ਨਾ। ਯਾਨੀ ਕਿ e ਦੀ ਪਾਵਰ -4 ਔਰ ਇੰਟੂ ਕੀ ਹੋਣਾ ਜੀ, ਜਿਹੜਾ ਸਾਡੇ ਕੋਲ m ਕਿੰਨਾ ਸੀਗਾ ਜੀ 4 ਦੀ ਪਾਵਰ 0/0 ਦਾ ਫੈਕਟੋਰੀਅਲ, ਕਰਕੇ ਪਹਿਲੇ ਵਿੱਚ x 0 ਆ ਨਾ, x ਦੀ ਜਗ੍ਹਾ ਮੈਂ ਕੀ ਭਰ ਦੇਣਾ ਬੇਟਾ 0, ਠੀਕ ਨਾ। ਦੂਜੇ ਵਿੱਚ ਕਿੰਨਾ ਹੈ 1, ਫਿਰ ਅਸੀਂ ਕੀ ਲਿਖਾਂਗੇ ਪਲੱਸ e ਦੀ ਪਾਵਰ -4 ਇੰਟੂ ਮਤਲਬ ਮਲਟੀਪਲਾਈ 4 ਦੀ ਪਾਵਰ 1/1 ਦਾ ਫੈਕਟੋਰੀਅਲ ਪਲੱਸ ਜੀ, ਫਿਰ ਅੱਗੇ 2 ਵਾਲਾ ਆ ਗਿਆ e ਦੀ ਪਾਵਰ -4 ਯਾਨੀ ਕਿ 4 ਦਾ ਕਿੰਨਾ ਜੀ 2 ਬਟਾ ਕਿੰਨਾ ਜੀ 2 ਦਾ ਫੈਕਟੋਰੀਅਲ, ਫਿਰ ਪਲੱਸ ਜੀ e ਦੀ -4, ਇਹ ਤਾਂ ਹਰ ਵਾਰ ਇੱਕੋ ਰਹਿਣੀ -4, ਠੀਕ ਨਾ। ਫਿਰ ਅੱਗੇ ਕਿਆ ਹੈ ਜੀ 4 ਦੀ ਪਾਵਰ 3/3 ਦਾ ਫੈਕਟੋਰੀਅਲ, ਫਿਰ ਜੀ ਪਲੱਸ ਉਹੀ e ਦੀ ਪਾਵਰ -m ਮਤਲਬ -4 ਤੇ 4 ਦੀ ਕਿੰਨੀ ਜੀ 4/4 ਦਾ ਫੈਕਟੋਰੀਅਲ, ਠੀਕ ਹੈ ਨਾ। ਤੇ ਇਸੇ ਤਰ੍ਹਾਂ ਪਲੱਸ ਬੇਟਾ e ਦੀ ਪਾਵਰ -5, ਠੀਕ ਹੈ ਨਾ, ਸੌਰੀ -m ਕਿੰਨੀ ਹੈ ਜੀ 4, ਠੀਕ ਨਾ। ਫਿਰ ਜੀ 4 ਦੀ ਪਾਵਰ m 5/5 ਦਾ ਫੈਕਟੋਰੀਅਲ, ਠੀਕ ਹੈ ਨਾ। ਅਸੀਂ ਬੇਟਾ ਹੁਣ ਇਹਨਾਂ ਤੋਂ ਦੇਖੋ, ਇਹਨਾਂ ਵਿੱਚ ਅਸੀਂ ਜਿੱਦਾਂ ਨਾ ਦਾ ਜੇ ਅਲੱਗ-ਅਲੱਗ ਜੋੜਦੇ ਆ, ਤੁਸੀਂ ਇਹ ਨਹੀਂ ਬੇਟਾ ਹਰੇਕ ਨੂੰ ਮਲਟੀਪਲਾਈ ਕਰ, ਤੁਸੀਂ ਕੀ ਨਾ ਸਭ ਤੋਂ ਪਹਿਲਾਂ ਕਰ ਲਓ ਸਾਰਿਆਂ ਵਿੱਚੋਂ e ਦੀ ਪਾਵਰ ਦੇਖੋ 4 ਆ, ਜਿਹੜਾ ਸਾਰਿਆਂ ਨੂੰ ਮਲਟੀਪਲਾਈ ਹੈ ਨਾ ਇਹ ਕੋਮਨ ਲੈ ਲਓ, ਉਨੀ ਕੈਲਕੂਲੇਸ਼ਨ ਸੌਖੀ ਹੋ ਜਾਣੀ। e ਦੀ ਪਾਵਰ -4 ਕੋਮਨ ਲੈ ਲਿਆ ਜੀ, ਬਾਕੀ ਜੀ ਇੱਥੇ ਕੀ ਬਚ ਗਿਆ
4 ਦਾ ਫੈਕਟੋਰੀਅਲ 4 ਦੀ ਪਾਵਰ ਕਿੰਨੀ ਆ 0 ਆ, ਤੇ ਇਹ ਕਿੰਨਾ ਆਣਾ ਜੀ 1, ਥੱਲੇ ਇਹਦਾ 0 ਦਾ ਫੈਕਟੋਰੀਅਲ ਤਾਂ 1 ਹੁੰਦਾ, ਪਲੱਸ ਆ ਕੀ ਆਣਾ ਜੀ 4 ਦੀ ਪਾਵਰ 1 ਆ, ਮਤਲਬ ਕਿੰਨਾ ਜੀ 4/1 ਦਾ ਫੈਕਟੋਰੀਅਲ 1। ਫਿਰ ਜੀ ਪਲੱਸ ਇੱਥੇ ਇਹਦਾ ਦੇਖੋ ਕਾਮਨ ਚਲ ਗਿਆ ਸਾਰਿਆਂ ਚੋਂ ਨਾ, ਇਹਦੀ ਪਾਵਰ 4 ਦਾ ਬਾਹਰ ਲਿਖ ਦਿੱਤਾ ਮੈਂ, ਠੀਕ ਨਾ। ਬਾਕੀ ਹੁਣ ਜੋ ਬਚਿਆ ਇੱਥੇ ਬਚ ਗਿਆ 4, ਇੱਥੇ ਕਿੰਨਾ ਬਚ ਗਿਆ ਜੀ 4 ਦੀ ਪਾਵਰ 2, ਜਾਣੀ ਕਿ 4 ਚੁੱਕੇ 16/2 ਦਾ ਫੈਕਟੋਰੀਅਲ 2 ਆ ਜਾਣਾ, 2 ਗੁਣਾ 1। ਤੇ ਇਸੇ ਤਰ੍ਹਾਂ 4 ਦੀ ਪਾਵਰ 3 ਆ, ਜਾਣੀ ਕਿ ਕਿੰਨਾ ਜੀ 16 ਚੁੱਕੇ 64 ਬਟਾ ਕਿੰਨਾ ਜੀ 3 ਦਾ ਫੈਕਟੋਰੀਅਲ 3 2 ਗੁਣਾ 1। ਫਿਰ ਅੱਗੇ ਆ ਜਾਓ ਜੀ, ਇਹ ਆ ਗਿਆ ਸੀਗਾ ਸਾਡੇ ਕੋਲ ਕਿੰਨਾ ਜੀ ਇਹ 64 ਆ ਗਿਆ, ਤੇ ਆ ਕਿੰਨਾ ਆਣਾ ਆ ਇਹ 4 ਨੂੰ 4 ਨਾਲ ਮਲਟੀਪਲਾਈ ਕਰ ਦੇਣਾ, ਕਿੰਨਾ ਜੀ 64, 4 ਚੌਕੇ 16, 16 ਚੌਕੇ 64, 64 ਚੌਕਾ ਇਹ ਆਣਾ ਹੈਗਾ ਸਾਡੇ ਕੋਲ 16 24 256, ਯਾਨੀ ਕਿ 256/3 ਦਾ ਫੈਕਟੋਰੀਅਲ 3 ਗੁਣਾ 2 ਗੁਣਾ 1, ਠੀਕ ਨਾ। ਪਲੱਸ ਅੱਗੇ ਆ ਜਾਓ ਜੀ, ਕਿੰਨਾ ਹੈ ਸਾਡੇ ਕੋਲ 4 ਦੀ ਪਾਵਰ 5 ਆ, ਬਟਾ ਥੱਲੇ 5 ਦਾ ਫੈਕਟੋਰੀਅਲ 5 ਗੁਣਾ 5 ਗੁਣਾ 4 ਗੁਣਾ 3 ਗੁਣਾ 2 ਗੁਣਾ 1, ਠੀਕ ਨਾ ਬੇਟਾ। ਕੁਛ ਸੌਰੀ ਯਾਰ 3 ਦਾ ਸੀਗਾ ਤੇ 4 ਦਾ ਫੈਕਟੋਰੀਅਲ ਆ ਸਾਡੇ ਕੋਲ, ਕਿੰਨਾ ਹੈ ਜੀ 4 ਦਾ ਫੈਕਟੋਰੀਅਲ। ਤੇ ਉੱਪਰ ਬੇਟਾ ਉਹੀ ਪਹਿਲਾਂ ਸਿੱਧਾ ਇੱਦਾਂ ਲਿਖ ਦਿਓ, ਕਿੰਨਾ ਹੈ 4 5 ਵਾਰ ਆ, ਇੱਦਾਂ ਵੀ ਲਿਖ ਸਕਦੇ ਹੋ, ਸੌਖੀ ਹੋ ਜਾਊਗਾ ਕੱਟਣਾ, ਕਿੰਨਾ ਜੀ 5 ਵਾਰ, ਇਹਨਾਂ ਨੂੰ ਵੀ ਇੱਦਾਂ ਲਿਖ ਸਕਦੇ ਹੋ ਤੁਸੀਂ, ਠੀਕ ਨਾ। ਹੁਣ ਦੇਖੋ e ਦੀ ਪਾਵਰ ਜਿਹੜੀ ਸਾਡੇ ਕੋਲ -4 ਆ, e ਦੀ ਪਾਵਰ ਕਿੰਨੀ ਹੈ ਜੀ -4, ਇਹ ਤੁਸੀਂ ਲਿਖਣਾ ਨਹੀਂ ਬੇਟਾ ਪਹਿਲਾਂ ਕਿੰਨੀ ਆ, e ਦੀ ਪਾਵਰ -4 ਹੈਗੀ ਆ ਸਾਡੇ ਕੋਲ 0.0183, ਕਿੰਨਾ ਹੈ ਜੀ 0.0183। ਬਾਕੀ ਅੰਦਰ ਵਾਲਿਆਂ ਨੂੰ ਸੋਲਵ ਕਰ ਲੈਣੇ। ਹੁਣ ਕਿੱਦਾਂ ਜੀ 1 + 4, ਠੀਕ ਨਾ, ਇਹਨੂੰ ਇਹਨਾਂ ਕੀਤਾ ਜੀ ਕਿੰਨਾ ਆ ਗਿਆ 8, ਇਹ ਆ ਗਿਆ ਜੀ 8, ਪਲੱਸ ਇੱਧਰ ਆ ਜਾਓ ਤੇ ਇਹਨੂੰ ਇਹਨਾਂ ਕਰ ਦਿੱਤਾ ਆਪਾਂ ਕਿੰਨਾ ਜੀ 64 ਨੂੰ ਕਿੰਨਾ ਆ ਗਿਆ ਜੀ 32, ਠੀਕ ਨਾ। ਤੇ 32 ਨੂੰ ਬੇਟਾ 3 ਨਾਲ ਡਿਵਾਈਡ ਕਰਕੇ ਦੇਖ ਲਓ ਕਿੰਨਾ ਆਉਂਦਾ ਆ, ਯਾਨੀ ਕਿ ਜੀ 1 ਆ ਗਿਆ, ਫਿਰ ਆ ਗਿਆ ਜੀ 0 10.66, ਉਹੀ ਮੈਂ ਸਟਾਰਟ ਕਰ ਲਿਆ 6 ਆ ਜਾਣਾ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਬੇਟਾ ਪਲੱਸ ਅੱਗੇ ਆ ਜਾਓ, ਇਸ ਚੀਜ਼ ਨੂੰ ਸੋਲਵ ਕਰੋ, ਕਿੰਨਾ ਨਾ ਜੀ ਇਹਨਾਂ ਕੱਢ ਦਿੱਤਾ, ਕਿੰਨਾ ਆ ਗਿਆ ਸਾਡੇ ਕੋਲ 64, 4 6 24, 4 ਚੌਕੇ 16, ਫਿਰ ਜੀ 2 ਨੇ ਇਹਨੂੰ ਕੱਢ ਦਿਓ, ਕਿੰਨਾ ਆ ਗਿਆ ਜੀ 32, ਕਿੰਨਾ ਹੋ ਗਿਆ 32। ਇਹ ਵੀ 32 ਬਟਾ ਕਿੰਨਾ ਆ ਗਿਆ ਜੀ 3, ਕਿੰਨਾ ਆ ਗਿਆ 32/3, ਇਹ ਵੀ ਕਿੰਨਾ ਆਣਾ 10.67, ਪਲੱਸ ਇੱਧਰ ਆ ਜਾਓ, ਹੁਣ ਇਹਨੂੰ ਇਹਨਾਂ ਕੱਢ ਦਿੱਤਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਬੇਟਾ ਫਿਰ ਸਾਡੇ ਕੋਲ ਕਿਹੜਾ ਆ ਗਿਆ ਜੀ 2 ਨਾ 2 ਕੱਟ ਹੋ ਗਿਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਥੱਲੇ ਕਿੰਨਾ ਬਚ ਗਿਆ 15, ਤੇ ਇਹਨੂੰ ਕਰ ਲਓ ਬੇਟਾ 4 ਚੌਕੇ 16, ਤੇ 16 ਚੌਕੇ 64, 64 ਦੂਣਾ 128, ਠੀਕ ਨਾ। ਤੇ 128 ਨੂੰ ਬੇਟਾ ਥੱਲੇ 15 ਨਾਲ ਡਿਵਾਈਡ ਕਰ ਦਿਓ, ਕਿੰਨਾ ਆਣਾ ਸਾਡੇ ਕੋਲ ਦੇਖਿਓ 100 ਕਰਿਓ ਬੇਟਾ, ਹਾਂਜੀ ਬੇਟਾ ਇਹ ਆ ਜਾਣਾ ਹੈਗਾ ਸਾਡੇ ਕੋਲ 8.53, ਕਿੰਨਾ ਆ ਗਿਆ 8.53। ਹੁਣ ਬੇਟਾ ਬਾਕੀ ਕੈਲਕੂਲੇਸ਼ਨ ਕਰ ਲੈਣੀ 0.0183 ਮਲਟੀਪਲਾਈ ਇਹਨਾਂ ਜੋੜ ਕੇ, ਜਿੱਦਾਂ 8.53 ਆ ਗਿਆ, ਪਲੱਸ ਕਿੰਨਾ ਜੀ 1, ਪਲੱਸ ਕਿੰਨਾ ਜੀ 4, ਤੇ ਪਲੱਸ ਕਿੰਨਾ ਜੀ 8, ਤੇ ਪਲੱਸ ਕਿੰਨਾ ਜੀ 10.67, ਤੇ ਪਲੱਸ ਕਿੰਨਾ ਜੀ ਫਿਰ 10.67, ਠੀਕ ਨਾ। ਆ 8.53 ਆਪਾਂ ਪਹਿਲਾਂ ਜੋੜ ਲਿਆ ਫਿਰ, ਠੀਕ ਹੈ ਨਾ। ਕਿੰਨਾ ਆ ਗਿਆ ਜੀ ਇਹ ਆ ਗਿਆ ਹੈਗਾ ਸਾਡੇ ਕੋਲ 42.87, ਕਿੰਨਾ ਜੀ 42.87, ਠੀਕ ਨਾ। ਇਹਨੂੰ ਫਿਰ ਇਹਨਾਂ ਮਲਟੀਪਲਾਈ ਕਰ ਦਿਓ, ਮਲਟੀਪਲਾਈ ਕਿੰਨਾ ਕਰਨਾ ਜੀ ਇਹਨੂੰ 0.0183, ਠੀਕ ਆ। ਇਹ ਆ ਗਿਆ ਬੇਟਾ ਸਾਡੇ ਕੋਲ ਸੋਲਵ ਕਰਕੇ 0.78458 ਸਮਥਿੰਗ ਇੰਨਾ ਕੁਛ ਆਊਗਾ ਬੇਟਾ ਇਹਦਾ ਆਨਸਰ, ਠੀਕ ਹੈ ਨਾ। ਕਿੰਨਾ ਸਾਡੇ ਕੋਲ ਇਹ 0 ਕਿਹੜਾ ਸੀਗਾ ਕੁਐਸਚਨ ਆਪਾਂ ਸੈਕਿੰਡ ਕਰਦੇ ਸੀਗੇ, ਇਹ ਬੇਟਾ ਆਉਂਦਾ ਹੈਗਾ ਸਾਡੇ ਕੋਲ 0.98, ਉਹੀ ਹੈ ਬੇਟਾ ਪੁਆਇੰਟਾਂ ਦਾ ਫਰਕ ਕੁਛ ਪਿਆ ਹੁਣ, ਠੀਕ ਹੈ ਨਾ। ਤੁਸੀਂ ਬਾਕੀ ਮਾੜਾ ਕੈਲਕੂਲੇਟ ਕਰਕੇ ਦੇਖ ਲਓ ਕੋਈ ਪੁਆਇੰਟਾਂ ਦਾ ਫਰਕ ਨਾ ਪਿਆ ਹੋਵੇ, ਠੀਕ ਹੈ ਨਾ।
जिदा 0.0183 है ना, ਇਹਨੂੰ ਮਲਟੀਪਲਾਈ ਕਰਕੇ ਦੇਖ ਲਿਓ। ਮੇਰੇ ਖਿਆਲ ਨਾਲ ਪੁਆਇੰਟਾਂ ਦਾ ਕੋਈ ਉਹਦੇ ਕਰਕੇ ਫਰਕ ਪੈਣਾ, ਕਿਉਂਕਿ ਅਸੀਂ ਇੱਥੇ ਕਿਤੇ 12 ਲੈ ਗਏ, ਕਿਤੇ ਘੱਟ ਲੈ ਗਏ। ਠੀਕ ਹੈ ਨਾ, ਇਹ ਵਾਲਾ ਕਰਕੇ ਦੇਖ ਲਿਓ ਬੇਟਾ। ਹਾਂਜੀ ਬੇਟਾ, ਇੰਨੇ ਆ ਜਾਣਾ ਕੈਲਕੂਲੇਸ਼ਨ ਕਰਕੇ ਤੁਹਾਡਾ ਕੁਐਸਚਨ ਇਹ ਵਾਲਾ। ਠੀਕ ਨਾ, ਹੁਣ ਬੇਟਾ ਮੰਨ ਲਓ ਜਿੱਦਾਂ ਪੁੱਛਿਆ ਨਹੀਂ ਹੈਗਾ, ਜੇ ਉਹਨੂੰ ਪੁੱਛਿਆ ਹੋਵੇ 5 ਤੋਂ ਮੋਰ ਦੈਨ ਦੀ ਪ੍ਰੋਬੇਬਿਲਿਟੀ ਕੀ ਹੋਊਗੀ? 5 ਤੋਂ ਮੋਰ ਦੈਨ ਦੀ, ਇਹਦਾ ਮਤਲਬ 5 ਤੱਕ ਦੀ ਉਹ ਤੋਂ ਘੱਟ ਦੀ ਪ੍ਰੋਬੇਬਿਲਿਟੀ ਆਹ ਆ, ਘੱਟ ਦੀ ਪ੍ਰੋਬੇਬਿਲਿਟੀ ਆਹੀ ਹੋਣਾ ਸਾਰਿਆਂ ਦੀ ਜੋੜ, ਚਾਹੇ ਆਹ ਹੋਵੇ ਚਾਹੇ ਆਹ ਹੋਵੇ, ਚਾਹੇ 5 ਦੇ 5 ਤੋਂ ਜ਼ਿਆਦਾ ਦੀ ਕੀ ਹੋਣੀ ਆ, ਤੇ ਇੱਕ ਦੇ ਵਿੱਚੋਂ ਅਸੀਂ ਇਹ ਘਟਾ ਦੇਣੀ ਤੇ ਉਹਦਾ ਇੱਦਾਂ ਆ ਜਾਣਾ। ਠੀਕ ਨਾ, ਜਿਹਦਾ ਅੱਗੇ ਕੁਐਸਚਨ ਹੈ ਬੇਟਾ ਸਾਡਾ 6ਵਾਂ ਕੁਐਸਚਨ ਹੈ ਇੱਕ। ਠੀਕ ਨਾ, ਇੱਕ 6ਵਾਂ ਕੁਐਸਚਨ ਕਰਾਉਣਾ, ਬਾਕੀ ਫਿਰ ਤੁਸੀਂ ਬੇਟਾ ਆਪ ਕਰਨੇ, ਜਿਹੜਾ ਨਹੀਂ ਹੋਊਗਾ ਤੁਸੀਂ ਮੈਨੂੰ ਦੱਸ ਦੇਣਾ। ਠੀਕ ਹੈ ਨਾ, ਜਿੱਦਾਂ ਹੁਣ ਦੇਖੋ ਬੇਟਾ ਕੁਐਸਚਨ ਨੰਬਰ ਹੈਗਾ ਤੁਹਾਡਾ 6। ਕੀ ਕਹਿੰਦਾ ਜੀ? ਕਹਿੰਦਾ ਇਹਨੇ ਫੈਕਟਰੀ, ਕਹਿੰਦਾ ਮੈਨੂਫੈਕਚਰਿੰਗ ਪੈਨ ਆਫ, ਕਹਿੰਦਾ ਵਿਚ 0.5% ਆ ਡਿਫੈਕਟਡ ਪੈਨਸ, ਕਹਿੰਦਾ ਈਚ, ਕਹਿੰਦਾ ਕਾਰਟਨ ਇਜ਼, ਕਹਿੰਦਾ ਜੀ, ਕਹਿੰਦਾ ਪੈਕਟ ਆਫ, ਕਹਿੰਦਾ ਜੀ 100 ਪੈਨ, ਜਾਣੀ ਕਿ 100 ਦੇ ਵਿੱਚ 100 ਦਾ ਪੈਕਟ ਵਾ, ਉਹਦੇ ਵਿੱਚ ਕਹਿੰਦਾ ਜਿਹੜੀ ਪੈਨ ਖਰਾਬ ਹੋਣ ਦੀ ਕਿੰਨੀ ਹੈ ਜੀ? 0.5। ਕਹਿੰਦਾ ਵਿਚ ਇਜ਼ ਦੀ ਪਰਸੈਂਟੇਜ ਆਫ ਸੱਚ ਕਾਰਟਨ ਆਫ ਵਿਚ, ਕਹਿੰਦਾ ਨੋਟ ਏ ਸਿੰਗਲ ਪੈਨ ਇਜ਼ ਡਿਫੈਕਟਡ। ਕਹਿੰਦਾ ਦੱਸੋ ਕੀ ਮਤਲਬ ਪ੍ਰੋਬੇਬਿਲਿਟੀ ਪਰਸੈਂਟੇਜ ਆ ਜਾਂ ਪ੍ਰੋਬੇਬਿਲਿਟੀ ਆ ਕਿ ਉਹਦੇ ਵਿੱਚ ਇੱਕ ਸਿੰਗਲ ਪੈਨ ਵੀ ਡਿਫੈਕਟਡ ਨਹੀਂ ਹੈਗਾ, ਸਿੰਗਲ ਪੈਨ ਵੀ ਡਿਫੈਕਟਡ ਨਹੀਂ ਹੈਗਾ। ਬੇਟਾ ਮਤਲਬ ਸਾਡੇ ਕੋਲ ਇਹਦੇ ਵਿੱਚ ਪੀ ਬਰਾਬਰ ਕਿੰਨੀ ਦਿੱਤੀ ਉਹ ਸਾਨੂੰ ਨਹੀਂ ਪਹਿਲੇ ਦੇ ਦਿੱਤੀ, ਕਿੰਨਾ ਜੀ? 0.5%, ਯਾਨੀ ਕਿ 0.5/100। ਇਹਨੂੰ ਬੇਟਾ ਲਿਖ ਸਕਦੇ ਆਪਾਂ 0.005। ਠੀਕ ਹੈ ਨਾ, ਤੇ ਉਹ ਤੋਂ ਅੱਗੇ ਬੇਟਾ ਕਿੰਨੀ ਹੈ ਸਾਨੂੰ n ਕਿੰਨੀ ਦਿੱਤੀ ਉਹਨੇ? 100। ਠੀਕ ਨਾ, ਤੇ ਅਸੀਂ ਇਹਦੇ ਵਿੱਚ m ਕੱਢ ਲੈਣੀ। ਹੁਣ ਕਿੰਨਾ ਹੈ ਜੀ? 0.0 ਕਿੰਨੀ ਦਿੱਤੀ ਬੇਟਾ? 0.05 ਤੇ ਇੰਟੂ ਕਿੰਨਾ ਜੀ? 100। ਉਹੀ ਹੈ ਨਾ n ਗੁਣਾ p, ਜਿਹੜੀ m ਬਰਾਬਰ ਹੁੰਦੀ ਆ, ਬਰਾਬਰ ਕਿਤੇ ਹੁੰਦੀ? np ਦੇ ਹੁੰਦੀ ਆ। ਤੇ ਇਹਨੂੰ ਕਰ ਦਿਓ ਬੇਟਾ, ਇਹ ਕਰਕੇ ਆ ਜਾਣਾ ਹੈਗਾ ਸਾਡੇ ਕੋਲ 0.05 ਆ ਜਾਣਾ ਸਾਡੇ ਕੋਲ, ਜਿਹੜੀ m ਸਾਡੇ ਕੋਲ ਆ ਗਈ। ਠੀਕ ਹੈ ਨਾ, ਹੁਣ ਅਸੀਂ ਜਿਹਦੇ ਵਿੱਚ ਅਲੱਗ-ਅਲੱਗ ਪੁੱਛਿਆ, ਪਹਿਲੇ ਨੰਬਰ ਤੇ ਕੀ ਕਹਿੰਦਾ ਜੀ? ਕਹਿੰਦਾ ਨੋਟ ਏ ਸਿੰਗਲ ਪੈਨ ਇਜ਼ ਡਿਫੈਕਟਿਵ। ਠੀਕ ਨਾ, ਕਿ ਪਲੱਸ ਕਿਹਾ ਜੀ ਇੱਕ ਪੈਨ ਨਹੀਂ ਡਿਫੈਕਟਡ, ਇਹਦਾ ਮਤਲਬ ਕਿਹਾ ਜੀ ਪ੍ਰੋਬੇਬਿਲਿਟੀ ਆਪਾਂ ਕਿਹਦੀ ਕੱਢਣੀ ਹੈ ਜੀ? x ਬਰਾਬਰ 0। ਉਹੀ ਫਾਰਮੂਲਾ ਬੇਟਾ ਕੀ ਹੈ ਜੀ? e ਦੀ ਪਾਵਰ -m ਇੰਟੂ m ਦੀ ਪਾਵਰ x ਬਟਾ ਕਿੰਨਾ ਹੈ ਜੀ? x ਦਾ ਫੈਕਟੋਰੀਅਲ। e ਦੀ ਪਾਵਰ m ਮਤਲਬ ਕਿਹਾ ਜੀ? e ਦੀ ਪਾਵਰ -0.05 ਇੰਟੂ m ਦੀ ਪਾਵਰ x ਬਰਾਬਰ 0 ਆ, 0/0 ਦਾ ਫੈਕਟੋਰੀਅਲ। ਔਰ ਇਹ ਬੇਟਾ ਸਾਡੇ ਕੋਲ ਆ ਜਾਣਾ, ਆਹ ਤਾਂ ਹੋਣਾ ਜਾਣਾ 1, ਜਾਣੀ ਕਿ e ਦੀ ਪਾਵਰ 0.05 ਇੰਟੂ 1, m ਦੀ ਪਾਵਰ 0, 1 ਹੁੰਦਾ ਨਾ। ਤਾਂ ਮੈਂ ਦੱਸਿਆ ਕਿਸੇ ਦੀ ਵੀ ਪਾਵਰ ਜੇ 0 ਤਾਂ 1 ਹੋਣਾ। ਜੇ ਬੇਟਾ 100 ਦੀ ਪਾਵਰ 0 ਉਹ ਵੀ 1 ਹੋਣਾ ਹੈ, ਜੇ 99 ਦੀ ਪਾਵਰ 0 ਉਹ ਵੀ 1 ਹੋਣਾ। ਚਾਹੇ ਕਹੇ ਜੀ 9999 ਦੀ ਪਾਵਰ 0 ਵੀ ਕਿੰਨਾ ਹੁੰਦਾ ਜੀ? 1। ਜਿਹਦੀ ਪਾਵਰ 0 ਆ ਗਈ ਨਾ ਉਹ 1 ਹੁੰਦਾ ਆ। ਇਹਦਾ ਮਤਲਬ ਬੇਟਾ ਹੁਣ ਇਹਦਾ ਕਿੰਨਾ ਆਣਾ ਸਾਡੇ ਕੋਲ? ਜਿੰਨੀ ਇਹਦੀ ਵੈਲਿਊ ਦਿੱਤੀ ਉਹ ਕਿੰਨੀ ਦਿੱਤੀ ਸਾਨੂੰ? ਇਹਦੀ ਵੈਲਿਊ ਕਿੰਨੀ ਦਿੱਤੀ ਹੋਆ? ਦੇਖੋ 0.6065 ਇੰਟੂ 1 ਕਰਕੇ ਇੰਨੇ ਬੇਟਾ ਆ ਜਾਣਾ 0.6065। ਇਹ ਬੇਟਾ ਤੁਹਾਡਾ ਪਹਿਲੇ ਦਾ ਆ ਜਾਣਾ। ਠੀਕ ਹੈ ਨਾ, ਹੁਣ ਬੇਟਾ ਸਾਡੇ ਕੋਲ ਪ੍ਰੋਬੇਬਿਲਿਟੀ ਆ ਗਈ। ਕੀ ਆ ਗਈ ਹੈ ਜੀ? ਪ੍ਰੋਬੇਬਿਲਿਟੀ। ਜੇ ਬੇਟਾ ਆਪਾਂ ਪਰਸੈਂਟੇਜ ਕੱਢਣੀ ਆ ਤਾਂ ਕੁਝ ਨਹੀਂ ਕਰਨਾ ਹੈਗਾ, 0. ਠੀਕ ਨਾ, ਕਿੰਨਾ ਜੀ? 0.6065 ਨੂੰ 100 ਨਾਲ ਮਲਟੀਪਲਾਈ ਕਰ ਦਿਓ, ਇਹ ਸਾਡੇ ਕੋਲ ਪਰਸੈਂਟੇਜ ਆ ਜਾਣੀ 85। ਠੀਕ ਨਾ, ਇਸ ਤਰ੍ਹਾਂ ਸਿੱਧਾ ਵੀ ਕੱਢ ਸਕਦੇ ਹੋ ਜਾਂ ਫਿਰ ਤੁਸੀਂ ਇੱਦਾਂ ਕੱਢ ਲਓ। ਪਹਿਲਾਂ ਜਿਹੜੇ ਮਤਲਬ ਕਿ ਜੀ ਨਹੀਂ ਡਿਫੈਕਟ ਵਾਲੇ ਕਿੰਨੇ ਨੰਬਰ ਉਹਨਾਂ ਨੂੰ ਕੱਢ ਕੇ ਬਾਕੀ ਉਹਦੇ ਨਾਲ ਪਰਸੈਂਟੇਜ ਕੱਢ ਦਿਓ। ਠੀਕ ਨਾ, ਨੰਬਰ ਤੁਸੀਂ ਕੱਢੇ ਸਕਦੇ। ਨੰਬਰ ਦਾ ਤੁਹਾਨੂੰ ਦੱਸਿਆ ਮੈਂ ਕਿਹਾ ਹੈ ਜੀ n ਇੰਟੂ ਕੀ ਕਰ ਦੇਣਾ ਜੀ? ਪ੍ਰੋਬੇਬਿਲਿਟੀ x = 0। ਉਹੀ ਜੀ ਉਹ ਕਿੰਨੀ ਹੈ ਜੀ? n ਕਿੰਨੀ ਆ? 100 ਆ। ਕਿੰਨਾ 0.6065। ਠੀਕ ਨਾ, ਕਿੰਨਾ ਨੇ 60.5। ਔਰ ਜੇ ਪ੍ਰਸ਼ਤ ਕੱਢਣੀ ਹੈ ਸਿੱਧਾ ਡਾਇਰੈਕਟ ਵੀ ਬੜਾ ਕੱਢ ਸਕਦੇ ਆ ਜਾਂ ਫਿਰ ਇਸ ਤਰ੍ਹਾਂ ਵੀ ਕੱਢ ਸਕਦੇ ਆ। ਪਰਸੈਂਟੇਜ ਕਿੱਦਾਂ ਆਣਾ ਹੈ ਜੀ? 0.65 ਵਟਾ ਟੋਟਲ n ਇੰਟੂ 100, ਉਸ ਤਰ੍ਹਾਂ ਵੀ ਆ ਸਕਦਾ ਤੁਹਾਡਾ। ਚਾਹੇ ਸਿੱਧਾ ਹੁੰਦਾ, ਜਿੰਨੀ ਪ੍ਰੋਬੇਬਿਲਿਟੀ ਆਉਂਦੀ ਨਾ 100 ਨਾਲ ਮਲਟੀਪਲਾਈ ਕਰ ਦਈਦੀ ਆ, ਪਰਸੈਂਟੇਜ ਆ ਜਾਂਦੀ ਹੁੰਦੀ, ਉਹੀ ਬੇਟਾ ਹੁੰਦੀ ਆ। ਠੀਕ ਨਾ, ਇਸ ਚੱਕਰ ਦੇ ਵਿੱਚ ਪਿਓ ਨਾ ਤੁਸੀਂ ਆਹ ਵਾਲੀ ਚੀਜ਼ ਸਿੱਧਾ ਉਹਨੂੰ 100 ਨਾਲ ਮਲਟੀਪਲਾਈ ਕਰ ਦੇਣਾ, ਪਰਸੈਂਟੇਜ ਆ ਜਾਣੀ। ਠੀਕ ਨਾ, ਇਹ ਤਾਂ ਸੀਗਾ ਬੇਟਾ ਉਹਨੇ ਪਹਿਲਾਂ। ਅੱਗੇ ਪੁੱਛਿਆ ਐਟ ਲੀਸਟ ਈਚ 1 ਪੈਨ ਇਜ਼ ਡਿਫੈਕਟਡ। ਕਹਿੰਦਾ ਘੱਟੋ ਘੱਟ ਇੱਕ ਪੈਨ ਡਿਫੈਕਟਡ ਹੋਵੇ, ਘੱਟੋ ਘੱਟ
ਇੱਕ ਪੈਨ ਡਿਫੈਕਟਡ ਹੋਵੇ। ਇਹਦਾ ਮਤਲਬ ਬੇਟਾ ਜਿਹੜੀ ਆਪਾਂ ਪ੍ਰੋਬੇਬਿਲਟੀ ਕੱਢਣੀ ਆ ਨਾ, ਉਹਦੇ ਵਿੱਚ ਜਿਹੜਾ ਐਕਸ ਆ ਸਾਡਾ ਉਹ ਜਾਂ ਤਾਂ ਇੱਕ ਦੇ ਬਰਾਬਰ ਹੋਵੇ ਜਾਂ ਇੱਕ ਤੋਂ ਵੱਡਾ ਹੋਵੇ, ਜਾਂ ਤਾਂ ਇੱਕ ਦੇ ਬਰਾਬਰ ਹੋਵੇ ਜਾਂ ਇੱਕ ਤੋਂ ਵੱਡਾ ਹੋਵੇ। ਹੁਣ ਬੇਟਾ ਇੱਕ ਤੋਂ ਵੱਡਾ ਤਾਂ ਆਪਾਂ 100 ਤੱਕ ਥੋੜੀ ਕੱਢਣਾ, ਆਪਣਾ ਇੱਕ ਦੀ ਕੱਢੋ, ਦੋ ਦੀ ਕੱਢੋ, ਤਿੰਨ ਦੀ ਕੱਢੋ, ਚਾਰ ਦੀ ਕੱਢੋ, ਆਪਾਂ ਇੱਦਾਂ ਥੋੜੀ ਕਰ ਸਕਦੇ ਆ, ਠੀਕ ਹੈ ਨਾ। ਤੇ ਮਤਲਬ ਜਿੱਦਾਂ ਮਤਲਬ ਹੁਣ ਜੇ ਮੈਂ ਇਹਦਾ ਕੱਢਣਾ ਹੋਵੇ, ਠੀਕ ਹੈ ਨਾ, ਫੋਰ ਐਗਜ਼ਾਮਪਲ ਮੈਂ ਲਿਖ ਦਿੰਦਾ ਕਿ ਪ੍ਰੋਬੇਬਿਲਟੀ ਪਹਿਲਾਂ ਮੈਂ ਕਿਹਦੀ ਕੱਢੂੰਗਾ ਜੀ, ਇੱਕ ਦੀ, ਪਲੱਸ ਪ੍ਰੋਬੇਬਿਲਟੀ ਦੋ ਦੀ, ਪਲੱਸ ਪ੍ਰੋਬੇਬਿਲਟੀ ਤਿੰਨ ਦੀ, ਇਸ ਤਰ੍ਹਾਂ ਕਿਹਦੀ ਜੀ, ਪ੍ਰੋਬੇਬਿਲਟੀ ਮੰਨ ਲਓ 100 ਦੇ 100 ਡਿਫੈਕਟਡ ਹੋ, ਠੀਕ ਹੈ ਨਾ। ਇੱਦਾਂ ਹੁਣ ਮੈਂ ਸਾਰਿਆਂ ਦੀ ਪ੍ਰੋਬੇਬਿਲਟੀ ਥੋੜੀ ਕੱਢ ਲੈਣੀ ਹੈ, ਠੀਕ ਹੈ ਨਾ। ਔਰ ਸਾਨੂੰ ਕੀ ਚਾਹੀਦਾ ਜੀ, ਇੱਕ ਹੋਵੇ ਜਾਂ ਇੱਕ ਤੋਂ ਜ਼ਿਆਦਾ ਹੋਵੇ। ਇਹਦਾ ਮਤਲਬ ਕਿ ਸਾਡੇ ਕੋਲ ਇਹ ਬਰਾਬਰ ਕਿਹਦੇ ਹੋਣਾ, ਕਿ ਸਾਡੇ ਕੋਲ ਜਿਹੜੀ ਪ੍ਰੋਬੇਬਿਲਟੀ ਹੈ ਨਾ, x ਬਰਾਬਰ 0 ਨੂੰ ਛੱਡ ਕੇ ਹੋਰ ਜਿਹੜਾ ਮਰਜ਼ੀ ਹੋਵੇ, 0 ਤੋਂ ਉੱਪਰ ਵਾਲੇ ਚਾਹੀਦੇ 1 2 3 400 ਤੱਕ, ਯਾਨੀ ਕਿ 0 ਨਾ ਹੋਵੇ। ਇਹਦਾ ਮਤਲਬ ਜਿਹੜੀ 0 ਦੀ ਪ੍ਰੋਬੇਬਿਲਟੀ ਹੋਣੀ ਆ, ਜੇ ਮੈਂ ਇੱਕ ਦੇ ਵਿੱਚੋਂ ਲੈਸ ਕਰਦਾ ਵਾਂ ਤੇ ਬਾਕੀ ਆਹੀ ਬਚ ਜਾਣੀ, ਠੀਕ ਨਾ। ਤੁਸੀਂ ਦੇਖਣਾ ਸਾਨੂੰ ਕੈਲਕੂਲੇਸ਼ਨ ਘੱਟ ਕਿੱਧਰੋਂ ਕਰਨੀ। ਜੇ ਮੰਨ ਲਓ ਨਾ ਪੁੱਛਿਆ ਹੋਵੇ ਕਿ ਮੋਰ ਦੈਨ 5 ਤੋਂ ਕੱਢੋ, ਮੋਰ ਦੈਨ 5 ਤੋਂ, ਹੁਣ ਤੁਸੀਂ 5 ਤੋਂ ਲੈ ਕੇ 100 ਤੱਕ ਥੋੜੀ ਕੱਢ ਲੈਣਾ ਆ, ਤੁਸੀਂ 0 ਤੋਂ ਲੈ ਕੇ 5 ਤੱਕ ਕੱਢ ਲਓ, ਉਹ ਘਟਾ ਦਿਓ, ਬਾਕੀ ਬਚ ਜਾਣਾ। ਇਹ ਤੁਸੀਂ ਦੇਖਣਾ ਕੈਲਕੂਲੇਸ਼ਨ ਕਿੱਧਰ ਨੂੰ। ਜਿੱਦਾਂ ਹੁਣ ਇਹਦੇ ਵਿੱਚ ਕਿਹਾ ਜੀ, ਔਰ ਇਹਦੀ ਆਪਾਂ ਪ੍ਰੋਬੇਬਿਲਟੀ ਕੱਢੀ ਹੋ ਆ, ਇਹਦੀ ਪਰਸੈਂਟ ਕੱਢੀ ਹੋ ਨਾ ਆਪਾਂ, ਕਿੰਨੀ ਕੱਢੀ ਹੋ ਜੀ, ਜੇ ਸਿੱਧੀ ਪਰਸੈਂਟ ਪੁੱਛਿਓ ਕਿੰਨਾ ਜੀ, ਇਹਦੀ ਪਹਿਲਾਂ ਪ੍ਰੋਬੇਬਿਲਟੀ ਕੱਢ ਲਓ। ਇਹਦੀ ਪ੍ਰੋਬੇਬਿਲਟੀ ਕਿੰਨੀ ਆਣੀ ਹੈ ਜੀ, 0.6065। ਉਹ ਬਰਾਬਰ ਕਿੰਨਾ ਆਣਾ ਸਾਡੇ ਕੋਲ ਜੀ ਬੇਟਾ, ਇਹ ਆ ਜਾਣਾ ਹੈਗਾ ਸਾਡੇ ਕੋਲ, ਇੱਕ ਦੇ ਵਿੱਚ ਲੈਸ ਕਰ ਦਿਓ, ਕਿੰਨਾ ਆਣਾ 5 3 9 ਤੇ ਕਿੰਨਾ ਆਣਾ ਸਾਡੇ ਕੋਲ ਜੀ 3 ਪੁਆਇੰਟ ਆ ਜਾਣਾ, ਠੀਕ ਹੈ ਨਾ। ਹੁਣ ਸਾਡੇ ਕੋਲ ਇਹੀ ਆ ਜਾਣਾ, ਇੱਕ ਚੋਂ ਘਟਾ ਕੇ ਕਿੰਨਾ ਆਣਾ ਜੀ 0.3935। ਇਹ ਪ੍ਰੋਬੇਬਿਲਟੀ ਆ ਗਈ। ਉਹੀ ਜੇ ਪਰਸੈਂਟੇਜ ਕੱਢਣੀ ਆ ਤਾਂ ਜਿਹੜੀ ਪ੍ਰੋਬੇਬਿਲਟੀ ਹੈਗੀ ਸਾਡੇ ਕੋਲ x greater than 1, ਇਹਨੂੰ ਮਲਟੀਪਲਾਈ ਕਿੰਨੇ ਨਾਲ ਕਰ ਦੇਣਾ ਆਪਾਂ 100 ਨਾਲ, ਯਾਨੀ ਕਿ 0.3935 ਇੰਟੂ 100 ਕਿੰਨਾ ਆ ਗਿਆ 39.35%, ਠੀਕ ਹੈ ਨਾ ਬੇਟਾ। ਸਿੱਧਾ 100 ਨਾਲ ਮਲਟੀਪਲਾਈ ਕਰਕੇ ਕੱਢ ਦੇਣਾ, ਠੀਕ ਹੈ ਨਾ। ਜਿਹਦੇ ਬੇਟਾ ਅਗਲਾ ਆ ਕਹਿੰਦਾ 2 or more pens are defected, 2 ਜਾਂ 2 ਤੋਂ ਜ਼ਿਆਦਾ। ਜਿੱਦਾਂ ਸਾਨੂੰ ਮੈਂ ਕਿਹਾ ਸੀ, ਕਹਿੰਦਾ 2 ਜਾਂ 2, ਜਾਣ ਕੇ ਪ੍ਰੋਬੇਬਿਲਟੀ ਆਪਾਂ ਕਿਹਦੀ ਕੱਢਣੀ ਹੈ ਜੀ, x ਬਰਾਬਰ ਕੀ ਹੋਵੇ, ਵੱਡੀ ਹੋਵੇ ਜਾਂ ਇਕੁਅਲ ਟੂ ਹੋਵੇ ਕਿਹਦੇ ਜੀ 2 ਦੇ। ਇਹਦਾ ਮਤਲਬ ਮੈਂ ਹੁਣ 2 ਤੋਂ ਲੈ ਕੇ 100 ਤੱਕ ਥੋੜੀ ਕੱਢ ਲੈਣੀ ਐਨੀ, ਕਿਉਂਕਿ 100 ਆਈਟਮਾਂ ਆ, 2 ਦੀ 3 ਦੀ 4 ਦੀ ਥੋੜੀ ਜੋੜੂੰਗਾ। ਮੈਂ ਕੀ ਕਰੂੰਗਾ, ਇੱਕ ਦੇ ਵਿੱਚ ਜਿਹੜੀ ਸਾਨੂੰ ਨਹੀਂ ਚਾਹੀਦੀ, ਜਾਣੀ ਕਿ ਉਹ ਕਹਿੰਦਾ ਨਾ 0 ਹੋਵੇ ਤੇ ਨਾ ਕੀ ਹੋਵੇ ਜੀ 1। ਇਹਦਾ ਮਤਲਬ ਪ੍ਰੋਬੇਬਿਲਟੀ ਆਪਾਂ ਕਿਹਦੀ ਲੈਸ ਕਰਨੀ ਹੈ ਜੀ, x ਬਰਾਬਰ ਆਪਣੇ ਕਰ ਦੇਣੀ ਆ, ਜਾਂ ਸਿੱਧਾ ਦਿਖਾ ਦੋ 1 ਮਾਈਨਸ ਪ੍ਰੋਬੇਬਿਲਟੀ x ਬਰਾਬਰ 0, ਠੀਕ ਨਾ, ਮਾਈਨਸ ਪ੍ਰੋਬੇਬਿਲਟੀ ਇਹ ਕਿਹਦੀ ਜੀ x ਬਰਾਬਰ 1 ਆ 2। ਦੇਖੋ ਬੇਟਾ ਇਹਦੀ ਆਪਾਂ ਕੱਢੀ ਹੋਵਾ, ਪਹਿਲੇ ਇਹਦੀ ਪ੍ਰੋਬੇਬਿਲਟੀ ਕੱਢੀ ਹੈ ਨਾ, ਹੁਣ ਆਪਾਂ ਇਹਦੀ ਕੱਢ ਲੈਣੀ ਆ, ਤਾਂ ਇਸ ਕਰਕੇ ਪਹਿਲਾਂ ਕੱਢ ਲਓ ਪ੍ਰੋਬੇਬਿਲਟੀ ਕਿਹਦੀ ਜੀ x ਬਰਾਬਰ 1 ਦੀ। ਉਹੀ ਬੇਟਾ ਕੀ ਆ ਜਾਣਾ ਜੀ, e ਦੀ ਪਾਵਰ -m ਤੇ m ਦੀ ਪਾਵਰ 1/1 ਦਾ ਫੈਕਟੋਰੀਅਲ। ਮਤਲਬ ਕਿ ਜੀ e ਦੀ ਪਾਵਰ ਕਿੰਨੀ ਹੈ ਸਾਨੂੰ ਪਤਾ ਹੈ ਇਹਦੀ, e ਦੀ ਪਾਵਰ -0.05, ਠੀਕ ਹੈ ਨਾ, 0.5 ਆ ਕਿ 5 ਆ ਬੇਟਾ, ਕਿੰਨੇ ਕੱਢੇ ਸੀ ਆਪਾਂ ਇਹ ਹਾਂਜੀ ਨਹੀਂ 0.5 ਆ ਨਾ ਬੇਟਾ, ਆਪਾਂ ਜਿਹੜਾ ਕੱਢਿਆ ਪਾਵਰ ਇਹਦੀ 0.05 ਲਿਖੀ ਜਾਂਦੇ ਆਪਾਂ ਗਲਤੀ ਨਾਲ, ਨਹੀਂ ਇਹ ਕਿੰਨੇ ਲਿਖੇ ਸੀ ਇੱਥੇ ਬੇਟਾ 0.0 ਨਹੀਂ 0.5 ਆ ਬੇਟਾ, 0.5 ਆ ਵੀ 0.5 ਆਣਾ। ਬਾਕੀ ਉਹੀ ਬਸ ਇੱਥੇ ਲਿਖਣਾ, ਬਾਕੀ ਸਾਰਾ ਕੁਝ ਹੋ ਰਹੀ ਹੈ ਜੀ 0.5 ਆ, ਠੀਕ ਹੈ। ਇਹਦੇ ਵਿੱਚ ਆ ਜਾਓ ਜੀ e ਦੀ ਪਾਵਰ ਕਿੰਨੀ ਆਣੀ ਹੈ ਜੀ, ਇੱਥੇ ਆਣੀ ਹੈਗੀ ਬੇਟਾ e ਦੀ ਪਾਵਰ 0.5 ਮਾਈਨਸ ਉਸ ਤੋਂ ਬਾਅਦ ਜੀ 0.5 ਦੀ ਪਾਵਰ ਕਿੰਨਾ ਹੈ ਜੀ, ਸੌਰੀ ਇਹ ਹਾਂਜੀ 0.5 ਦੀ ਪਾਵਰ ਕਿੰਨਾ ਹੈ ਜੀ 1/1, ਠੀਕ ਹੈ। ਤੇ ਆ ਬੇਟਾ ਆ ਜਾਣਾ, ਇਹਨੂੰ ਇੱਥੇ ਆਪਾਂ ਕੱਢੀਓ ਵੈਲਿਊ ਇਹਦੀ ਕਿੰਨੀ ਕੱਢੀ ਹੋਗਾ, ਇਹਦੀ ਕੱਢੀ ਹੋਏਗੀ ਬੇਟਾ ਸਾਨੂੰ ਦਿੱਤੀ ਹੋਣੀ 0.6065 ਔਰ ਇੰਟੂ ਇਹਦੀ ਪਾਵਰ ਤਾਂ ਉਹੀ ਆਣੀ 0.5 ਦੀ ਪਾਵਰ 1 0.5 ਆ ਜਾਣਾ। ਤੇ ਇਹਨੂੰ ਸੋਲਵ ਕਰਕੇ ਕੱਢ ਲਓ ਕਿੰਨਾ ਆਉਂਦਾ ਹੈ, ਕਿੰਨਾ ਆਉਂਦਾ ਬੇਟਾ ਕੈਲਕੂਲੇਸ਼ਨ ਕਰਕੇ ਦੇਖਿਓ ਸਾਡਾ, ਇਹ ਆਉਂਦਾ ਹੈਗਾ ਸਾਡੇ ਕੋਲ 0.6065 ਔਰ ਇੰਟੂ ਕਿੰਨਾ ਜੀ 0.5,
और ये बेटा आ जाना है साढ़े को 0.30 ਤੇ 325 ठीक है ना। और बेटा अगे फिर अगे तक करते ही हैं जिदा हम ये वाला किया इन्ना ठीक है ना। हम इस तो अगे कर देना आप दसिया सीगा की करना जी आप प्रोबेबिलिटी असी कि कढ़नी है जी एक्स ग्रेटर दैन इक्वल टू कि हो जी 2 दे ठीक है ना। तो वह मैं दस दिता है की करना है आप बेटा कि एक दे कि प्रोबेबिलिटी करनी है जी एक्स इजकल टू 0 तो माइनस भी की करना जी प्रोबेबिलिटी एक्स इजकल टू 1 वो बेटा है 1 दे विचों माइनस कर देना पहला आप कितना है जी 0.6065 तो माइनस जी 0.30325 ठीक है। हम बेटा इन सोल्व करो कितना आता है कितना है जी 1 माइनस कितना है बेटा 0.6065 तो माइनस बेटा 0.325 कितना है बेटा 3325 3325 कितना आ गया बेटा ये आ गया बेटा साढ़े को 0.09025 वही है बेटा जे हम परसेंटेज करनी है तो आप 100 ਨਾਲ मल्टीप्लाई कर देना 09025 इंटू 100 तो कितना आना बेटा ये आना है साढ़े को 9.025 परसेंटेज आना साढ़े को ठीक है ना। कितना बेटा नहीं आंसर दिता है हाँ बेटा इन्ना ही है साढ़े ठीक है ना। बेटा ये पॉइजन डिस्ट्रीब्यूशन है ठीक है ना। जे किसी देखो हम जिदा अं आ कढ़ते थे बेटा असी इन्ने का कढ़ इन्हों आ घटा दिता या फिर क्या जी असी पहला कढ़िया सवाल जिद आप जी जे 5 तक चाहिए तो 5 तक जोड़ दिता जे मोर देन पूछे हो उस हिसाब ना तो बेटा तुम दे लेना कि मतलब फार्मूला ही लगना हरेक की प्रोबेबिलिटी का जब ज़्यादा हो तो ये पावर एम कॉमन ले लेना बाकी अगे सॉल्व करके तुम जोड़ देना। बेटा एक गल देखियो आ मड़े क्वेश्चन मैं दस दा कर तुम आपे लेना है ठीक है ना। लिखे ना बेटा जो क्वेश्चन नंबर थोड़ा क्या है जी ए 4 था कहना मैन्युफैक्चर कहना पेंस कहना नो दैट एवरेज 2% ऑफ द प्रोडक्ट इज डिफेक्टेड कहना ही सेल्स दी पेंस इन दी कहना बॉक्स ऑफ 200 एंड ग्रंटेड दैट नॉट मोर दैन कहना 3 पेन विल बी डिफेक्टेड कहना गारंटी दिंदी है कि 3 तो ज़्यादा पेन डिफेक्टेड नहीं है ठीक है ना यानी कि 3 हो सकते कहना डिफेक्टेड 3 तो ज़्यादा नहीं हैगी कहना वट इज द प्रोबेबिलिटी दैट ए बॉक्स विल बी फेल टू मीट दी गारंटी वही है बेटा कि जी उन्होंने क्वालिटी की गारंटी दी सी ना कहना जो फेल हो जाए देखो बेटा उन्हें फेल कदों होना आ कि जो जी मतलब डिफेक्टेड होनी आ 3 तो की हो जी ज़्यादा 3 तो की हो ज़्यादा वो कहना 3 तो ज़्यादा नहीं नॉट मोर दैन यदा मतलब ठीक है ना। असी बेटा प्रोबेबिलिटी करनी हैगी आ डिफेक्टेड जो 3 तो ज़्यादा हो जी एक्स वा वो ग्रेटर दैन कितनी होगी जी 3 ठीक है ना। यदा मतलब क्या जी प्रोबेबिलिटी आप क्या जी हम कुल कितने साढ़े कुल है कि 200 देखो बेटा असी ये थोड़ी करना अपना प्रोबेबिलिटी कि जी 4 की कढ़ा प्रोबेबिलिटी 5 की कढ़ा असी उही करना बेटा एक दे विचों किहदी प्रोबेबिलिटी लैस कर देनी यानी कि साढ़े को आ ना हो प्रोबेबिलिटी एक्स इजकल टू 0 ठीक है माइनस प्रोबेबिलिटी एक्स इजकल टू 1 माइनस प्रोबेबिलिटी एक्स इजकल टू 2 तो माइनस वही प्रोबेबिलिटी एक्स इजकल टू 3 ठीक है ना। ये बेटा मैं तिना दी आप कढ़ के लैस कर दें ठीक है ना। बेटा हम ये नाल दे एक्सरसाइज के क्वेश्चन कर लेने जोड़ा क्वेश्चन नहीं होगा तो मैं तुम दस देना ठीक है ना। थोड़ी तीजी एक्सरसाइज कराती है मैं तो चौथी भी है ठीक है ना। तो बेटा 5वीं तो 6वीं में थोड़ा अगे करा ठीक है ना। कोई भी प्रॉब्लम हो बेटा तुम दस सकते हो ठीक है ना। जोड़े क्वेश्चन है सारे अपनी कापियां नोट करी है ठीक है ना। चलो ठीक है बेटा ओके थैंक्स।